कौन करदा है अर्थचारे ते कंट्रोल? की धन ही है जीवन दा तुरा? किवें बनदे ने अमीर? कोई क्यों रह जांदा है गरीब? कौन है इकोनॉमी दा सरदार? कौन बनाउंदा है हथियार? किवें फैलिया कॉरपोरेट दा जाल ते किवें चलदा है संसार? अनेकां ने सवाल टीवी पंजाबी दुनिया लैके आउंदा है हर सवाल दा जवाब। आर्थिक मुद्दियां दियां परत दर परत तिहा फरोलदा प्रोग्राम अर्थशास्त्र एक गुज्जा रहस। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਇਕੋਨਮੀ ਦੇ ਉੱਤੇ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਅਰਥ ਸ਼ਾਸਤਰ ਇੱਕ ਰਹੱਸ ਤੇ ਸਾਡੇ ਨਾਲ ਹਰ ਹਫਤੇ ਪੇਸ਼ ਹੁੰਦੇ ਨੇ ਨਿਰਮਲ ਢੀਂਡਸਾ ਜੀ, ਜਿਹੜੇ ਇਕੋਨਮੀ ਬਾਰੇ ਕਾਫੀ ਸਾਰੀਆਂ ਗੱਲਾਂ ਸਾਡੇ ਨਾਲ ਕਰਦੇ ਨੇ ਸਾਂਝੀਆਂ। ਸੋ ਅੱਜ ਫਿਰ ਨਿਰਮਲ ਢੀਂਡਸਾ ਮੇਰੇ ਨਾਲ ਨੇ ਸਟੂਡੀਓ 'ਚ। ਸਭ ਤੋਂ ਪਹਿਲਾਂ ਢੀਂਡਸਾ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਜੀ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਢੀਂਡਸਾ ਸਾਹਿਬ, ਨਵੀਂ ਸਰਕਾਰ ਬਣੀ ਆ, ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਕਰਦੇ। ਨਵੀਂ ਚੋਣਾਂ ਹੋ ਗਈਆਂ, ਸਰਕਾਰ ਬਣਨੀ ਆ ਅਤੇ ਕਈ ਸਾਰੇ ਮੁੱਦੇ, ਕੁਝ ਇੱਕ ਕੈਂਡੀਡੇਟ ਜਿਹੜੇ ਆ ਉਹ ਜਾ ਨਹੀਂ ਸਕੇ ਵਾਪਸ, ਅਤੇ ਕੁਝ ਇੱਕ ਇਸ ਤਰ੍ਹਾਂ ਸੀਗਾ ਕਿ ਪਿਛਲੀ ਵਾਰ ਨਾਅਰਾ ਦਿੱਤਾ ਸੀ ਜਸਟਿਨ ਟਰੂਡੋ ਨੇ ਕਿ ਅਸੀਂ ਬਰਾਬਰ ਰੱਖਾਂਗੇ ਆਪਣੀ ਮਿਨਿਸਟਰੀ ਦੇ ਵਿੱਚ ਵੂਮੈਨ ਦੇ ਜਿਹੜੇ ਅਧਿਕਾਰਾਂ ਦੀ ਗੱਲ ਹੁੰਦੀ ਹੈ ਅਤੇ ਬਰਾਬਰ ਅਤੇ ਇਸ ਵਾਰ ਕਹਿੰਦੇ ਆ ਕਿ ਉਹ ਪੂਰਾ ਨਹੀਂ ਹੋ ਪਾਉਣਾ। ਇਹਦੇ ਪਿੱਛੇ ਕੀ ਸਟੋਰੀ ਚੱਲ ਰਹੀ, ਇੱਦਾਂ ਦੀਆਂ ਖਬਰਾਂ ਚੱਲਦੀਆਂ ਕੁਛ? ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਕਿਉਂਕਿ ਸਰਕਾਰ ਹੁਣ ਬਣ ਗਈ। ਮਿਨੋਰਟੀ ਸਰਕਾਰ ਪਹਿਲਾਂ ਸੀ, ਮਿਨੋਰਟੀ ਸਰਕਾਰ ਹੁਣ ਦੁਬਾਰਾ ਫੇਰ ਬਣੀ ਆ। ਲੋਕ ਬਹੁਤ ਸਾਰੇ ਕੁਐਸਚਨ ਕਰ ਰਹੇ ਆ ਕਿ ਇਲੈਕਸ਼ਨ ਕਾਲ ਕਰਨ ਦਾ ਕੀ ਆਈਡੀਆ ਸੀ। ਐਨੀਵੇ ਹੁਣ ਤਾਂ ਇਲੈਕਸ਼ਨ ਹੋ ਗਈ, ਮੁੜ ਕੇ ਫੇਰ ਕੋਈ ਤਬਦੀਲੀ ਨਹੀਂ ਆਈ, ਪਰ ਪਾਰਲੀਮੈਂਟ ਦੇ ਵਿੱਚ ਜ਼ਰੂਰ ਤਬਦੀਲੀ ਆਈ ਆ। ਮੈਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਕੰਪੋਜੀਸ਼ਨ ਆਫ ਦੀ ਪਾਰਲੀਮੈਂਟ, ਅੱਜ ਦੀ ਜਿਹੜੀ ਪਾਰਲੀਮੈਂਟ ਹੈ ਇਹਦੇ 'ਚ, ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਮਿਸਟਰ ਟਰੂਡੋ ਨੇ ਸਲੋਗਨ ਦਿੱਤਾ ਸੀ ਕਿ ਹੀ ਇਜ਼ ਏ ਫੈਮਿਨਿਸਟ ਐਂਡ ਹੀ ਗੋਨਾ ਹੈਵ 50% ਮੇਲ ਐਂਡ 50% ਫੀਮੇਲ ਕੈਬਨਿਟ ਵਿੱਚ ਹੋਣਗੇ, ਦੇ ਵਿਲ ਰਿਪਰੈਜ਼ੈਂਟ। ਪਰ ਜਿਹੜੀ ਇਨ ਰਿਐਲਿਟੀ ਦੀ ਕੰਪੋਜੀਸ਼ਨ ਆਫ ਦੀ ਪਾਰਲੀਮੈਂਟ 'ਚ ਗਿੱਲ ਸਾਹਿਬ 38% ਕੈਂਡੀਡੇਟ ਸੀਗੀ ਵੂਮਨ ਐਂਡ 62 ਸੀਗੇ ਮੇਲ। ਐਂਡ ਐਂਡ ਆਫ ਏ ਡੇ ਪਾਰਲੀਮੈਂਟ ਵਿੱਚ 30% ਵੂਮਨ ਪਹੁੰਚੀ ਹੈ ਐਂਡ 70% ਮੇਲ। ਥੋੜ੍ਹੀ ਜਿਹੀ ਰੇਸ਼ੋ ਦਾ ਤਵਾਜ਼ਨ ਵਿਗੜ ਗਿਆ। ਹਾਂ, ਅੱਛਾ। ਹੁਣ ਜਿਹੜੀ ਰੇਸ਼ੋ ਪਰ ਪਾਰਟੀ ਰੇਸ਼ੋ ਆ ਕਿ ਪਾਰਲੀਮੈਂਟ ਵਿੱਚ ਜਿਹੜੇ ਲਿਬਰਲ ਹੈ ਉਹਨਾਂ ਦੇ 30% ਹੈ ਫੀਮੇਲ, ਜਿਹਦੇ ਵਿੱਚੋਂ ਉਹਨੇ ਸਿਲੈਕਟ ਕਰਨੀ ਆਪਣੀ ਕੈਬਨਿਟ। ਐਂਡ ਜਿਹੜੀ ਟਰੂਡੋ ਦੀਆਂ ਪਾਵਰਫੁੱਲ 4 ਫੀਮੇਲ ਮਿਨਿਸਟਰਸ ਹੈਵਨ, ਉਹਨਾਂ ਦੇ ਵਿੱਚੋਂ ਇੱਕ ਨੇ ਤਾਂ ਰਿਜ਼ਾਈਨ, ਇੱਕ ਨੇ ਤਾਂ ਇਲੈਕਸ਼ਨ ਲੜੀ ਨਹੀਂ, ਮਕੈਨਾ ਨੇ। ਐਂਡ ਜਿਹੜੀ ਇਨਫਰਾਸਟਰਕਚਰ ਦੀ ਕੈਬਨਿਟ ਮੰਤਰੀ ਸੀ, ਐਂਡ 3 ਦੂਜੇ ਜਿਹੜੇ ਮੰਤਰੀ ਸੀਗੀਆਂ ਲੇਡੀਜ਼, ਉਹ ਦੇ ਬਨ ਡਿਫੀਟਡ। ਸੋ ਇਹ ਜਿਹੜੀ ਕੰਜ਼ਰਵੇਟਿਵ, ਜਿਹੜੀ ਲਿਬਰਲ ਦੀ 30% ਹੈ ਫੀਮੇਲ MPs, ਕੰਜ਼ਰਵੇਟਿਵ ਦੇ ਹੈਗੇ 19 ਐਂਡ NDP ਦੇ ਹੈਗੇ 24। ਐਂਡ ਇਹਦੇ 'ਚੋਂ ਫਿਰ ਇਹਦੇ 'ਚੋਂ ਇਫ ਯੂ ਸੀ ਦੈਟ ਇਹਨੂੰ ਜਿਹੜੀ ਮਿਨੋਰਟੀ ਦੇ ਵਿੱਚੋਂ ਕਿੰਨੇ ਆ, ਅਗੇਨ minorities, indigenous people and colored people ਜਿਹਦੇ ਵਿੱਚ ਤੁਸੀਂ ਅਸੀਂ ਵੀ ਆ ਜਾਂਦੇ ਹਾਂ। ਐਂਡ ਇਹ ਹੈਗੇ ਆ ਲਿਬਰਲ ਦੇ 30%, ਕੰਜ਼ਰਵੇਟਿਵ ਦੇ 6% ਐਂਡ NDP ਦੇ 12%। ਇਹ ਹੈ ਜੀ ਇਹਨਾਂ ਦੀ ਕੰਪੋਜੀਸ਼ਨ। ਹੁਣ ਹੈਗਾ ਕਿ ਜਿਹੜੀ ਜੀ ਕੰਜ਼ਰਵੇਟਿਵ ਪਾਰਟੀ, NDP ਐਂਡ ਬਰਾਕ ਕਿਊਬਕ ਨੇ ਤਾਂ ਇਹ ਕਹਿਤਾ ਕਿ ਸਾਨੂੰ ਕੋਈ ਥਰਸ ਨਹੀਂ ਦੁਬਾਰਾ ਕੋਈ ਇਲੈਕਸ਼ਨ ਕਰਾਉਣ ਦੀ। ਪਲੱਸ ਉਹਨਾਂ ਨੇ ਇਹ ਵੀ ਕਹਿਤਾ ਕਿ ਜਿਹੜੇ ਮੈਂਬਰ ਆਫ ਪਾਰਲੀਮੈਂਟ ਟੀਕਾ ਨਹੀਂ ਲਵਾਉਂਦੇ, ਵੈਕਸੀਨ ਨਹੀਂ ਲਵਾਈ ਉਹਨਾਂ ਨੇ, ਦੇ ਸ਼ੁੱਡ ਨਾਟ ਕਮ ਇਨ ਦੀ ਪਾਰਲੀਮੈਂਟ। ਦੂਸਰੇ ਜਿਹੜੇ NDP ਵਾਲਿਆਂ ਨੇ ਕਹਿਤਾ ਕਿ ਦੇ ਸ਼ੁੱਡ ਰਿਜ਼ਾਈਨ। ਐਂਡ ਜਿਹੜਾ ਟਰੂਡੋ ਨੇ ਮੇਕ ਸ਼ੋਰ ਕੀਤਾ ਕਿ ਉਹਦੇ ਜਿਹੜੇ MPs ਆ ਸਾਰੇ ਦੇ ਬਨ ਵੈਕਸੀਨੇਟਡ। ਇੱਕੋ ਇੱਕ ਕੰਜ਼ਰਵੇਟਿਵ ਪਾਰਟੀ ਬਚ ਗਈ। ਕੰਜ਼ਰਵੇਟਿਵ ਪਾਰਟੀ 'ਚ ਜਿਹੜਾ ਟੂਲਸ ਹੈ ਉਹਨੇ ਕਿਹਾ ਕਿ ਉਹ ਫੋਰਸ ਨਹੀਂ ਕਰ ਰਿਹਾ ਇਹਨੂੰ, ਪਰ ਜੇ ਜਿਹੜੇ MP ਨੇ ਨਹੀਂ ਟੀਕਾ ਲਵਾਇਆ ਤਾਂ ਉਹਦਾ ਹੀ ਸ਼ੁੱਡ ਟੈਸਟ ਸੋ ਆਫਨ ਐਂਡ ਹੀ ਸ਼ੁੱਡ ਹੈਵ ਸਮ ਗੁੱਡ ਰੀਜ਼ਨ। ਐਂਡ ਹੁਣ ਤਾਂ ਪ੍ਰਧਾਨ ਮੰਤਰੀ ਚਲੇ ਗਏ ਛੁੱਟੀਆਂ,
ਇਸ ਵੀਕ ਪ੍ਰਧਾਨ ਮੰਤਰੀ ਵਾਜ਼ ਅੰਡਰ ਅਟੈਕ ਅਗੇਨ, ਕਿਉਂਕਿ ਇੰਡੀਜਨਸ ਡੇ ਮਨਾਇਆ 30 ਸਤੰਬਰ ਨੂੰ। ਜੀ ਹਾਂ, ਉਹ 30 ਸਤੰਬਰ ਨੂੰ ਜਿਹੜਾ ਦਿਨ ਮਨਾਇਆ, ਉਹਦੇ ਤੇ ਛੁੱਟੀ ਵਾਲੇ ਦਿਨ ਲੋਕ ਇਹ ਕਹਿ ਰਹੇ ਆ ਕਿ ਕੀ ਪ੍ਰਧਾਨ ਮੰਤਰੀ ਨੂੰ ਹੌਲੀਡੇ ਸੁੱਝਦੀਆਂ ਸੀ ਕਿ ਜਾਂ ਰੀਕਨਸੀਲੀਏਸ਼ਨ, ਕਿਉਂਕਿ ਉਹਨੂੰ ਇਨਵਾਈਟ ਕੀਤਾ ਸੀ ਜਿੱਥੇ 200-250 ਤੋਂ ਉੱਪਰ ਬੋਡੀਜ਼, ਸਟੂਡੈਂਟਸ ਦੀ ਬੋਡੀਜ਼ ਇਨ ਵੈਨਕੂਵਰ ਵਿਲੀਅਮਸ ਲੇਕ ਦੇ ਆਲੇ ਦੁਆਲੇ ਮਿਲੀਆਂ ਸੀ, ਉੱਥੇ ਇਹਨੂੰ ਪ੍ਰਧਾਨ ਮੰਤਰੀ ਨੂੰ ਇਨਵਾਈਟ ਕੀਤਾ ਸੀ। ਇਹ ਉੱਥੇ ਨਹੀਂ ਗਿਆ, ਬਲਕਿ ਹੀ ਵੈਂਟ ਔਨ ਹੌਲੀਡੇਜ਼ ਇਨ ਟੋਫਿਨ ਜਿਹੜਾ ਥਾਂ ਆ, ਇਹ ਹੈਗਾ ਵੈਨਕੂਵਰ ਦੇ ਵਿੱਚ ਹੀ ਗਿੱਲ ਸਾਹਿਬ। ਐਂਡ ਇਟਸ ਵੈਰੀ ਲਗਜ਼ਰੀ, ਜਿੱਥੇ ਪ੍ਰਧਾਨ ਮੰਤਰੀ ਛੁੱਟੀਆਂ ਕੱਟ ਰਿਹਾ, ਉਹ ਘਰ ਦੇ ਕਹਿੰਦੇ ਸੇਲ ਤੇ ਆ। 18.8 ਮਿਲੀਅਨ ਦਾ ਘਰ ਆ, ਦੇਖ ਲਓ ਜੇ ਤੁਸੀਂ ਲੈਣਾ ਤਾਂ। ਅੱਛਾ, ਨਹੀਂ ਇਹ ਚਲ ਵਾਕਿਆ ਕ੍ਰਿਟਿਸਿਜ਼ਮ ਬਣਦਾ, ਕਿਉਂਕਿ ਇੱਕ ਦਿਨ ਇਹ 'ਚ ਪਤਾ ਲੱਗਦਾ ਹੈ ਕਿ ਸਾਡੀ ਜਿਹੜੀ ਲੀਡਰਸ਼ਿਪ ਆ ਉਹ ਇਹਨਾਂ ਗੱਲਾਂ ਨੂੰ ਕਿੰਨਾ ਸੀਰੀਅਸਲੀ ਲੈ ਰਹੀ ਆ। ਅਸੀਂ ਹੁਣੇ ਹੀ ਇੱਥੇ ਪ੍ਰੋਗਰਾਮ ਕਰਕੇ ਹਟੇ ਆ ਮੈਂ ਡਾਕਟਰ ਹਰਦੀਪ ਰਾ ਨਾਲ, ਤੇ ਉਹਨਾਂ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਜਾਣੀਆਂ ਨੇ ਕਿ ਵਾਕਿਆ ਇਹ ਡੇ ਜਿਹੜਾ ਇਹਦੀ ਕੀ ਮਹੱਤਤਾ, ਔਰ ਖਾਸ ਕਰਕੇ ਜਿਹੜਾ ਕਮਿਸ਼ਨ ਬਣਿਆ ਹੋਇਆ ਰੀਕਨਸੀਲੀਏਸ਼ਨ ਐਂਡ ਟਰੁੱਥ, ਜਿਹੜਾ ਕਮਿਸ਼ਨ ਬਣਿਆ, ਉਹਨਾਂ ਨੇ ਵੀ ਇਹਨੂੰ ਇਕੱਠਾ ਕੀਤਾ। ਹਾਂਜੀ, ਤੇ ਉਹਦੇ ਬਾਰੇ ਸਾਰੀਆਂ ਗੱਲਾਂ ਅਸੀਂ ਕਰਕੇ ਹਟੇ ਆ। ਸਾਡੇ ਜਿਹੜੇ ਦਰਸ਼ਕ ਆ ਉਹ ਸਾਡਾ ਉਹ ਪ੍ਰੋਗਰਾਮ ਜ਼ਰੂਰ ਵੇਖ ਲੈਣ। ਹੁਣ ਅਸੀਂ ਰਿਪੀਟ ਵੀ ਕਰਾਂਗੇ ਉਹਨੂੰ, ਔਰ YouTube ਦੇ ਉੱਤੇ ਵੀ ਉਹਨੂੰ ਪਾਵਾਂਗੇ। ਬਹੁਤ ਜ਼ਿਆਦਾ ਉਹ 'ਚ ਫੈਕਟਸ ਡਾਕਟਰ ਹਰਦੀਪ ਰਾ ਦਿੱਤੇ ਆ, ਜਿਵੇਂ ਢੀਂਡਸਾ ਸਾਹਿਬ ਹਮੇਸ਼ਾ ਫੈਕਟਸ ਦੇ ਨਾਲ ਗੱਲ ਲੈ ਕੇ ਆਉਂਦੇ ਆ। ਸੋ ਤੁਸੀਂ ਕਿਹਾ ਹੁਣੇ ਕਿ ਜਿਹੜੀਆਂ ਉਹਨਾਂ ਦੀਆਂ ਵੂਮਨ ਕੈਂਡੀਡੇਟ ਜਿਹੜੀਆਂ ਪਾਵਰਫੁਲ ਸੀ, ਉਹ 3-4 ਡਰੋਪ ਹੋ ਗਈਆਂ, ਪਰ 3 ਤੇ ਅਜੇ ਵੀ ਉਹਨਾਂ ਕੋਲ ਚੰਗੀਆਂ ਪਾਵਰਫੁਲ ਲੇਡੀਜ਼ ਆਏ ਨੇ। 2 ਤਾਂ ਕਲਰ ਕਮਿਊਨਿਟੀ 'ਚੋਂ ਨੇ, ਇੱਕ ਅਨੀਤਾ ਹਨੀ ਤੇ ਇੱਕ ਚੱਗੜ ਜਿਹੜੇ ਨੇ ਇੱਥੋਂ, ਤੇ ਨਾਲ ਜਿਹੜੀ ਫਰੀਮੈਨ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਸੀਗੇ ਪਿਛਲੀ ਵਾਰ, ਤੇ ਸਾਡਾ ਫਾਈਨੈਂਸ ਵੀ ਵੇਖਦੇ ਸੀਗੇ। 3 ਕੈਂਡੀਡੇਟ ਤੇ ਕਾਫੀ ਜਿਹੜੇ ਆ, ਤੇ ਉਹ ਕਿਹਾ ਜਾ ਰਿਹਾ ਹੈ ਕਿ ਇਹ 3 ਤੇ ਜਿਹੜੀਆਂ ਮਿਨਿਸਟਰੀ 'ਚ ਆਉਣਗੀਆਂ। ਤੇ ਕੀ ਕਾਰਨ ਆ ਕਿ ਜਿਹੜੀਆਂ ਅਸੀਂ ਇੱਥੋਂ ਭੇਜੇ ਨੇ ਚੁਣ ਕੇ 5-6 ਕੈਂਡੀਡੇਟ, ਉਹਨਾਂ 'ਚ ਲੇਡੀਜ਼ ਕਾਫੀ ਨੇ, 3 ਤੇ ਸਾਡੇ ਨਾਲ ਜੁੜਵੇਂ ਹਲਕਿਆਂ ਦੀਆਂ, ਇਹਨਾਂ 'ਚੋਂ ਕਿਸੇ ਨੂੰ ਚਾਂਸ ਨਹੀਂ ਮਿਲ ਸਕਦਾ ਕਿ ਡਿਜ਼ਰਵ ਨਹੀਂ ਕਰਦੇ, ਕਿਉਂਕਿ ਇਹ ਹੈਗੇ ਬਰੈਂਪਟਨ ਤੋਂ। ਐਂਡ ਲਿਬਰਲ ਪਾਰਟੀ ਇਹ ਸਮਝਦੀ ਵੀ ਬਰੈਂਪਟਨ ਇਜ਼ ਏ ਬਰੈਂਪਟਨ, ਉਹਨਾਂ ਨੂੰ ਕੋਈ ਖਾਸ ਇਹਨਾਂ ਨੂੰ ਕੋਈ ਲੋੜ ਨਹੀਂ, ਕਿਉਂਕਿ ਇਹ ਤਾਂ ਉਹਨਾਂ ਦੀ ਪਾਕਟ ਵਿੱਚ ਹੈ ਜਿਹੜੀ, ਇੱਥੋਂ ਤਾਂ ਇਹਨਾਂ ਜਿੱਤੇ ਜਾਣੇ। ਇਹਨਾਂ ਜੱਦੀ ਹਲਕੇ, ਪੰਜਾਬੀ 'ਚ ਜੱਦੀ ਹਲਕੇ। ਐਂਡ ਪ੍ਰੋਬੇਬਲੀ ਇੱਕ ਰੀਜ਼ਨ ਇਹ ਵੀ ਆ, ਕਿਉਂਕਿ ਮੈਂਬਰ ਆਫ ਪਾਰਲੀਮੈਂਟ ਬਣ ਜਾਣਾ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਕੁਆਲੀਫਾਈ ਕਰਦੇ ਆ, ਤੁਹਾਨੂੰ ਕੁਆਲੀਫਾਈ ਵੀ ਕਰਨਾ ਚਾਹੀਦਾ ਨਾ। ਇਹ ਸਾਡੇ ਤਾਂ ਮੈਨੂੰ ਲੱਗਦਾ ਬਰੈਂਪਟਨ ਵਾਲੇ ਜਿੰਨੇ ਬਣ ਕੇ ਗਏ ਆ, ਲੇਡੀਜ਼ ਐਂਡ ਮੇਲ ਐਂਡ ਫੀਮੇਲ, ਇਹ ਤਾਂ ਹੱਥ ਖੜੇ ਕਰਨ ਵਾਲੇ ਆ। ਇਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ, ਇਹਨਾਂ ਦੀ ਕੋਈ ਨਾ ਇਹਨਾਂ ਦੀ ਕੋਈ ਸਟੇਟਮੈਂਟ ਆਉਂਦੀ ਹੈ, ਠੀਕ ਹੈ, ਫੈਟ ਵੇਜਸ, ਫੈਟ ਪੈਨਸ਼ਨਾਂ ਦੇ ਆਰ ਕਲੈਕਟਿੰਗ। ਐਂਡ ਪ੍ਰਧਾਨ ਮੰਤਰੀ, ਉਹ ਕੁੜੀ ਕਾਫੀ ਪੁਸ਼ਿੰਗ ਲੱਗਦੀ ਹੈ ਜੀ, ਰੂਬੀ ਸੋਹਤਾ। ਪਿਛਲੇ ਦਿਨ ਅਸੀਂ ਗੱਲ ਵੀ ਕੀਤੀ ਸੀ ਉਹਨਾਂ ਨਾਲ ਆਪਣੇ ਚੈਨਲ ਦੇ ਉੱਤੇ, ਤੇ ਉਹ ਲਾ ਗ੍ਰੈਜੂਏਟ ਵੀ ਆ, ਇੱਥੋਂ ਦੀ ਬੋਰਨ ਹੈ। ਮਤਲਬ ਜਿਹੜੀਆਂ ਚੀਜ਼ਾਂ ਦੀ ਸਾਨੂੰ ਕਮੀ ਹੁੰਦੀ ਆ ਕਿ ਜਿਹੜੇ ਅਸੀਂ ਪਿੱਛੋਂ ਆਏ ਲੋਕ ਆ, ਕਿਤੇ ਨਾ ਕਿਤੇ ਇੰਗਲਿਸ਼ 'ਚ ਅਸੀਂ ਜਿੰਨੇ ਮਰਜ਼ੀ ਆਪਣੇ ਆਪ ਨੂੰ ਕਹਿ ਲਈਏ ਮਾਸਟਰ ਆ, ਫਲੂਐਂਟ ਆ, ਕਿਤੇ ਸਾਡੀ ਸਪੀਕਿੰਗ ਇੰਗਲਿਸ਼ 'ਚ ਗਲਤੀਆਂ ਹੁੰਦੀਆਂ ਨੇ, ਕੁਝ ਇਸ ਚੀਜ਼ਾਂ ਹੁੰਦੀਆਂ ਨੇ। ਇੱਥੋਂ ਤੱਕ ਕਿ ਹਰਜੀਤ ਸੱਜਣ ਬਾਰੇ ਕਿਹਾ ਜਾਂਦਾ ਕਿ ਉਹਨਾਂ ਦਾ ਐਕਸੈਂਟ ਨਹੀਂ ਹੈ ਸਹੀ, ਕਈ ਗੋਰੇ ਇਸ ਗੱਲ ਦਾ ਇਤਰਾਜ਼ ਕਰਦੇ ਆ, ਪਰ ਇਹਦੇ ਬਾਵਜੂਦ ਵੀ ਜਿੱਦਾਂ ਇਹ ਲੜਕੀ ਆ ਰੂਬੀ ਸੋਹਤਾ, ਮੈਂ ਕਿਸੇ ਦੀ ਵਕਾਲਤ ਨਹੀਂ ਕਰਦਾ ਕਿ ਉਹ ਆ ਜਾਣੇ ਚਾਹੀਦੇ ਨਹੀਂ ਆਉਣੇ, ਇਹੋ ਜਿਹੇ ਲੋਕਾਂ ਨੂੰ ਕਿਉਂ ਨਹੀਂ ਮੌਕਾ ਮਿਲ ਸਕਦਾ? ਸਿਰਫ ਇਹੀ ਕਿ ਬਰੈਂਪਟਨ 'ਚੋਂ ਆਏ ਆ। ਆਈ ਡੋਂਟ ਨੋ, ਇਹਦਾ ਆਨਸਰ ਤਾਂ ਮੇਰਾ ਖਿਆਲ ਪ੍ਰਧਾਨ ਮੰਤਰੀ ਦੇ ਸਕਦਾ ਜਾਂ ਲਿਬਰਲ ਪਾਰਟੀ ਦੇ ਸਕਦੀ ਹੈ। ਉਹਨਾਂ ਦਾ ਕੀ ਕ੍ਰਾਈਟੇਰੀਆ, ਉਹਨਾਂ ਦੀ ਕੁਆਲੀਫਿਕੇਸ਼ਨ ਦਾ ਕੀ ਕ੍ਰਾਈਟੇਰੀਆ। ਜੇ ਵਕੀਲ ਹੈ ਇਹਦਾ ਮਤਲਬ ਇਹ ਥੋੜੀ, ਹੁਣ ਸੰਘਾ ਵੀ ਤਾਂ ਵਕੀਲ ਹੀ ਸੀ ਜਿਹੜਾ ਇੱਥੋਂ ਜਿਹਨੂੰ ਨਹੀਂ ਟਿਕਟ ਦਿੱਤੀ। ਸੋ ਦੈਟ ਡਜ਼ ਮੀਨ ਜੇ ਤੁਸੀਂ ਵਕਾਲਤ ਕੀਤੀ ਤਾਂ ਤੁਸੀਂ ਕੁਆਲੀਫਾਈ ਕਰਦੇ ਹੋ। ਇਹ ਤਾਂ ਹੁਣ ਉਹਨਾਂ ਦਾ ਕ੍ਰਾਈਟੇਰੀਆ, ਜੋ ਵੀ ਕ੍ਰਾਈਟੇਰੀਆ ਹੋਊਗਾ। ਪਰ ਜੇ ਉਹ ਜਿੱਦਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨੇ ਹਾਲੇ ਕੈਬਨਿਟ ਬਣਾਈ ਨਹੀਂ, ਸਿਰਫ ਉਹਨੇ ਇੱਕ ਵਾਰ ਹੀ ਅਨਾਊਂਸ ਕੀਤਾ ਕਿ ਜਿਹੜੀ ਫ੍ਰੀਲੈਂਡ ਆ, ਸ਼ੀ ਗੋਨਾ ਵੀ ਡਿਪਟੀ ਪ੍ਰਾਈਮ ਮਿਨਿਸਟਰ ਐਂਡ ਸ਼ੀ ਗੋਨਾ ਵੀ ਫਾਈਨਾਂਸ ਮਿਨਿਸਟਰ। ਕਿਉਂਕਿ ਜਿਹੜਾ ਟਰੂਡੋ ਨੇ $78 ਬਿਲੀਅਨ ਦਾ ਵੈਰੀ ਐਕਸਪੈਂਸਿਵ ਪੈਕੇਜ ਦਿੱਤਾ ਆ ਕਿ ਅਸੀਂ ਜਿਹੜੀ ਟਰੂਡੋ ਸਰਕਾਰ ਆ ਆਹ ਕਰੂ ਉਹ ਕਰੂ, $10 ਏ ਡੇ ਕੇਅਰ ਸੈਂਟਰ, ਉਹਨੂੰ ਆਹ ਕਰਾਂਗੇ, ਸੀਨੀਅਰਸ ਨੂੰ ਹੀ ਟਰਾਈ ਟੂ ਕਵਰ ਐਵਰੀਥਿੰਗ। ਐਂਡ ਉਹ ਜਿਹੜਾ ਉਹ ਏਜੰਡਾ ਜਿਹੜਾ ਪ੍ਰੋਗਰੈਸਿਵ ਅਤੇ ਅਗਰੈਸਿਵ, ਇਹਨੂੰ ਹੁਣ ਫ੍ਰੀਲੈਂਡ ਲਈ ਮੇਰਾ ਖਿਆਲ ਕਰੂਗੀ ਐਪਲੀਕੇਬਲ। ਪਰ ਥਿੰਗਸ ਆਰ ਗੈਟਿੰਗ ਵੈਰੀ ਟਫ ਗਿੱਲ ਸਾਹਿਬ, ਸਿਚੁਏਸ਼ਨ ਇਜ਼ ਨਾਟ ਲਾਈਕ ਬਿਫੋਰ।
ਕਿਉਂਕਿ ਇਲੈਕਸ਼ਨ ਤਾਂ ਪ੍ਰਧਾਨ ਮੰਤਰੀ ਨੇ ਇਸ ਕਰਕੇ ਦੋ ਰੀਜ਼ਨ ਕਰਕੇ ਕਰਾਈ ਸੀ। ਇੱਕ ਤਾਂ ਰੀਜ਼ਨ ਇਹ ਸੀ ਕਿ ਹੁਣ ਕਿ ਮੈਂ ਪਬਲਿਕ ਓਪੀਨੀਅਨ ਪੋਲ 'ਚ ਕਾਫੀ ਅੱਗੇ ਹਾਂ, ਕਾਫੀ ਗੁੱਡੀਜ਼ ਦਿੱਤੀਆਂ ਲੋਕਾਂ ਨੂੰ, ਕਾਫੀ ਪੈਸੇ ਵੰਡੇ ਆ, ਅਤੇ ਮੇਰੀ ਪਾਪੂਲੈਰਿਟੀ ਹੁਣ ਮੈਂ ਮੈਜੋਰਟੀ ਸਰਕਾਰ ਆ ਜੂ। ਐਂਡ ਦੂਜਾ ਉਹ ਫੁੱਲਫਿਲ ਨਹੀਂ ਹੋਈ। ਐਂਡ ਮੇਰੇ ਖਿਆਲ ਇਹ ਜ਼ਿਆਦਾ ਉਹਦਾ ਰੀਜ਼ਨ ਸੀ ਕਿ ਟੂ ਗੈਟ ਦੀ ਮੈਜੋਰਟੀ। ਦੂਜਾ ਰੀਜ਼ਨ ਇਹ ਵੀ ਸੀ ਕਿਉਂਕਿ ਜਿਹੜਾ ਡੈਫਿਸਿਟ ਹੈ ਬਿਕੋਜ਼ ਆਫ COVID-19 ਕਰਕੇ ਡੈਫਿਸਿਟ ਇਜ਼ ਗਰੋਇੰਗ, ਡੈਟ ਇਜ਼ ਗਰੋਇੰਗ, ਐਂਡ ਇਹਨਾਂ ਹਾਲਾਤਾਂ 'ਚ ਮਿਨੋਰਟੀ ਸਰਕਾਰ ਹੋਣ ਦੇ ਬਾਵਜੂਦ ਫਿਰ ਉਹ ਇਹਨੂੰ ਟੈਕਲ ਨਹੀਂ ਸੀ ਕਰ ਸਕਦੇ ਕਿਉਂਕਿ ਇਹਨ ਮਿਨੋਰਟੀ ਸਰਕਾਰ ਲੋਕਾਂ ਲਈ ਤਾਂ ਵਧੀਆ ਹੁੰਦੀ ਹੈ ਕਿਉਂਕਿ ਜਿਹੜੀ ਪਾਪੂਲਰ ਜਿਹੜੇ ਸਲੋਗਨਸ ਹੈ ਲੋਕਾਂ ਦੇ ਹੱਕ ਵਿੱਚ ਜਿਹੜੀਆਂ ਗੱਲਾਂ ਉਹ ਕੀਤੀਆਂ ਜਾਂਦੀਆਂ। ਜਿੰਨਾ ਚਿਰ ਤੁਹਾਡੀ ਮੈਜੋਰਟੀ ਸਰਕਾਰ ਨਹੀਂ ਆਉਂਦੀ, ਯੂਜ਼ਲੀ ਹੁੰਦਾ ਹੈ ਜਦ ਤੁਹਾਡੀ ਮੈਜੋਰਟੀ ਸਰਕਾਰ ਆ ਜਾਂਦੀ ਤਾਂ ਤੁਸੀਂ ਟੈਕਸਿਸ ਲਾਉਂਦੇ ਹੋ, ਅਤੇ ਜਦ ਲਾਸਟ ਈਅਰ ਜਿਹੜਾ ਹੁੰਦਾ ਉਹਦੇ ਬਜਟ 'ਚ ਉਹ 'ਚ ਕੁਕੀਜ਼ ਦੇ ਦਿਓ, ਗੁੱਡੀਜ਼ ਦੇ ਦਿਓ। ਸੋ ਦੈਟ ਡਿਡ ਨਾਟ ਹੈਪਨ ਦਿਸ ਟਾਈਮ। ਇਟਸ ਆਉਣ ਵਾਲਾ ਜਿਹੜਾ ਟਾਈਮ ਆ, ਜਿਹੜੀ ਜੋ ਕੁਛ ਤੁਹਾਨੂੰ ਮਾਰਕੀਟ ਦੱਸ ਰਹੀ ਹੈ ਉਹ ਕੋਈ ਵਧੀਆ ਨਹੀਂ ਆ ਰਿਹਾ ਕਿਉਂਕਿ ਜਿਹੜਾ ਲੋ ਇੰਟਰਸਟ ਰੇਟ ਹੈ ਇਹ ਨੈਕਸਟ ਈਅਰ ਆਈ ਥਿੰਕ ਇਟਸ ਗੋਨਾ ਬੀ ਐਂਡ, ਕਿਉਂਕਿ ਬੈਂਕ ਆਫ ਕੈਨੇਡਾ ਨੇ ਇੰਡੀਕੇਸ਼ਨ ਦਿੱਤੀ ਹੈ ਕਿ ਦੇ ਗੋਨਾ ਇਨਕਰੀਜ਼ ਦੀ ਇੰਟਰਸਟ ਰੇਟ ਬਾਈ ਦੀ ਮਿਡਲ ਆਫ ਨੈਕਸਟ ਈਅਰ। CIBC ਦੇ ਇਕੋਨੋਮਿਸਟ ਕੱਲ੍ਹ ਮਿਸਟਰ ਟਾਓ ਉਹਦਾ ਸੀ ਰਿਪੋਰਟ, ਉਹ ਕਹਿ ਰਿਹਾ ਵੀ ਬੈਂਕ ਆਫ ਕੈਨੇਡਾ ਮੇ ਬੀ ਵਿਲ ਬੀ ਫੋਰਸ ਟੂ ਰੇਜ਼ ਇੰਟਰਸਟ ਰੇਟ ਬਿਫੋਰ ਦੀ ਨੈਕਸਟ ਮਿਡਲ ਆਫ ਨੈਕਸਟ ਈਅਰ, ਕਿਉਂਕਿ ਜਿਹੜੀ ਕੰਡੀਸ਼ਨਸ ਇਹ ਦੱਸ ਰਹੀਆਂ ਜਿਹਦੇ ਆਧਾਰ ਦੇ ਉੱਤੇ ਇੰਟਰਸਟ ਰੇਟ ਵਧਣਾ, ਉਹ ਨੰਬਰ 1 ਤਾਂ ਹੈਗਾ ਕਿ ਜਿਹੜੀ ਇਨਫਲੇਸ਼ਨ ਹੈ ਕੰਟੀਨਿਊਸਲੀ ਫਰੋਮ ਪਿਛਲੇ 5 ਮਹੀਨਿਆਂ ਤੋਂ ਇਨਫਲੇਸ਼ਨ ਇਜ਼ ਕੀਪ ਕਮਿੰਗ ਅਪ। ਜਿਹੜੀ ਬੈਂਕ ਆਫ ਕੈਨੇਡਾ ਦਾ ਟਾਰਗੇਟ ਸੀਗਾ 3%, ਉਹ ਤੋਂ ਉੱਪਰ ਆ ਰਹੀ ਹੈ। ਹੁਣ ਜਿਹੜੇ ਪਿਛਲੇ ਮਹੀਨੇ ਅਗਸਤ ਦੀ ਜਿਹੜੀ ਸਟੇਟਮੈਂਟ ਆਈ ਹੈ, ਫਿਗਰਾਂ ਆਈਆਂ, ਉਹ 4.1%। ਤੇ GDP ਵੀ ਡਾਊਨ ਹੋਈ ਆ। GDP ਡਾਊਨ ਗਈ ਹੈ। ਪਿਛਲੇ ਕੁਆਰਟਰ 'ਚ ਵੈਸੇ 0.2, ਹੁਣ ਹੈਗੇ 0.1। ਜਦੋਂ 0.1 ਹੈ ਦੈਟ ਮੀਨ ਦੈਟਸ ਕੰਟਰੈਕਸ਼ਨ ਹੈ। ਪਰ ਨਾਲ ਦੀ ਨਾਲ ਕਹਿ ਰਿਹਾ ਕਿ ਅਗਲੇ ਕੁਆਟਰ ਦੇ ਵਿੱਚ ਇੰਪਰੂਵ ਕਰਕੇ ਜੰਪ ਕਰ ਜਾਏਗੀ, ਕੁਛ ਇਸ ਤਰ੍ਹਾਂ ਦੀਆਂ ਪ੍ਰੈਡਿਕਸ਼ਨ ਵੀ ਆ ਰਹੀਆਂ ਨੇ। ਪੋਸੀਬਿਲਿਟੀਜ਼ ਆ ਐਤਕੀ ਵੀ, ਤਾਂ ਹੁਣ ਇਹ ਐਕਸਪੈਕਟ ਕਰਦੇ ਸੀ ਕਿ GDP ਇੰਨੀ ਥੱਲੇ ਨਹੀਂ ਜਾਊਗੀ, ਇਟ ਵਿਲ ਬੀ ਇਨ ਏ ਪਲੱਸ, ਕਿਉਂਕਿ ਵੀ ਆਰ ਸਟਿਲ ਇਨ COVID-19। ਲੁੱਕ ਦੀ ਕੇਸਿਸ ਇਨ ਵੈਨਕੂਵਰ, ਕੇਸਿਸ ਇਨ ਅਲਬਰਟਾ ਐਂਡ ਸਸਕੈਚਵਾਨ, ਉੱਥੇ ਦੇ ਕੀਪ ਗੋਇੰਗ ਅਪ ਐਂਡ ਸੋ ਉਹਦਾ ਵੀ ਇਫੈਕਟ ਹੋਊਗਾ। ਇੱਥੇ ਵੀ ਤੁਸੀਂ ਦੇਖੋ ਜਿਹੜਾ ਮੁੜ ਕੇ ਫੇਰ ਦੁਬਾਰਾ ਇਹਨਾਂ ਨੇ ਥੋੜ੍ਹਾ ਟਾਈਟ ਕਰਨਾ ਸ਼ੁਰੂ ਕਰਤਾ, ਪਰ ਇੰਨਾ ਨਹੀਂ ਟਾਈਟ ਕੀਤਾ। ਐਂਡ ਗੁੱਡ ਥਿੰਗ ਇਹ ਆ ਕਿ ਜਿਹੜੇ ਕੇਸ ਆ ਉਹ ਵਧੇ ਨਹੀਂ, ਕੇਸ ਘਟਣੇ ਸ਼ੁਰੂ ਹੋ ਗਏ। ਐਂਡ ਹੋ ਸਕਦਾ ਲੈਟਸ ਇਟ ਰਿਮੇਨਸ ਟੂ ਸੀ। ਪਰ ਜਿਹੜੀਆਂ ਹੁਣ ਇਹ ਪਿਛਲੇ ਐਸੇ ਹਫ਼ਤੇ ਰਿਜ਼ਰਵ ਬੈਂਕ ਆਫ USA ਦੀ ਮੀਟਿੰਗ ਹੋਈ ਆ, ਉਹਦੇ 'ਚ ਮਿਸਟਰ ਪਾਵਲ ਜਿਹੜਾ ਚੇਅਰਮੈਨ ਹੈ, ਉਹਨੇ ਇੰਡੀਕੇਸ਼ਨ ਦਿੱਤੀ ਆ ਕਿ ਜਿਹੜਾ ਅਮਰੀਕਨ ਇਕੋਨਮੀ ਇਜ਼ ਕਮਿੰਗ ਅਪ, ਕਿਉਂਕਿ ਇਨਫਲੇਸ਼ਨ ਇਜ਼ ਆਲਸੋ ਗੋਇੰਗ ਅਪ। ਪਹਿਲਾਂ ਤੋਂ ਇੱਥੇ ਬੈਠੇ ਸੀ ਕਿ ਟ੍ਰਾਂਜ਼ਿਟਰੀ ਆ ਜਿਹੜੀ ਇਹ ਇਨਫਲੇਸ਼ਨ ਹੈ ਨਾ, ਟ੍ਰਾਂਜ਼ਿਟਰੀ ਆ, ਕਿਉਂਕਿ COVID-19 ਕਰਕੇ ਜਿਹੜੀਆਂ ਪ੍ਰਾਈਸਿਸ ਸੀਗੀਆਂ ਉਹ ਸਪਰੈਸ ਹੋਈਆਂ ਸੀ, ਡਿਪਰੈਸ ਹੋਈਆਂ ਸੀ, ਹੁਣ ਉਹ ਨੋਰਮਲ ਆ ਰਹੀਆਂ। ਐਕਚੁਅਲੀ ਉਹ ਤੋਂ ਹੁਣ ਉੱਪਰ ਜਾ ਰਿਹਾ ਕੰਮ, 4.3% ਇਨਫਲੇਸ਼ਨ। ਹੁਣ ਮੈਂ ਇੱਕ ਹੋਰ ਤੁਹਾਨੂੰ ਗਿੱਲ ਸਾਹਿਬ ਦੱਸਾਂ, ਆਪਣੇ ਟੀਨਾ ਸਾਹਿਬ, ਮਾਰਕੀਟ ਵੀ ਲਗਭਗ ਸਾਰੇ ਮਾਲ ਬੰਦ ਸੀਗੇ, ਲੋਕਾਂ ਦੀ ਸ਼ਾਪਿੰਗ ਬੰਦ ਸੀ। ਜਿਹੜੇ ਲੋਕ ਆਨਲਾਈਨ ਸ਼ਾਪਿੰਗ ਵਗੈਰਾ ਤਾਂ ਭਾਵੇਂ ਕਰਦੇ ਰਹੇ ਨੇ, ਪਰ ਖੁੱਲ੍ਹ ਕੇ ਬਾਜ਼ਾਰਾਂ 'ਚ ਨਹੀਂ ਗਏ। ਜਿੱਦਾਂ ਹੁਣ ਆਪਾਂ ਕਿਊ ਵੇਖ ਰਹੇ ਹਾਂ, ਜਦੋਂ ਖੁੱਲ੍ਹਿਆ ਤੇ ਉਹਦੇ ਨਾਲ ਵੀ ਥੋੜ੍ਹਾ ਜਿਹਾ ਇਕੋਨਮੀ ਨੂੰ ਬੂਸਟ ਮਿਲਦਾ ਹੀ ਹੈ ਨਾ ਜੀ। ਥੋੜ੍ਹਾ ਇੱਕ ਕੁਆਟਰ ਲਈ ਸਾਨੂੰ ਲੱਗਿਆ ਕਿ ਉਹ ਅੱਪ ਗਈ ਆ। ਦੇਖੋ ਜਿਹੜੀਆਂ ਜੇ ਆਪਾਂ ਇਨਫਲੇਸ਼ਨ ਦੀ ਗੱਲ ਕਰ ਲਈਏ, 4.1% ਐਜ਼ ਏ ਹੋਲ ਆ, ਪਰ ਜੇ ਤੁਸੀਂ ਇਹਨਾਂ ਨੂੰ ਇਕੱਲੇ ਦੇਖੋ, ਲੁੱਕ ਐਟ ਫੂਡ ਦੀ ਇਨਫਲੇਸ਼ਨ 5% ਤੋਂ ਉੱਪਰ ਗਈ ਆ। ਐਂਡ ਇਹ ਕਿਹਾ ਜਾ ਰਿਹਾ ਕਿ ਜੇ ਹਸਬੈਂਡ ਵਾਈਫ ਐਂਡ 2 ਉਹਨਾਂ ਦੇ ਬੱਚੇ, ਉਹਨਾਂ ਦੀ ਜਿਹੜੀ ਗਰੋਸਰੀ 'ਚ ਵਾਧਾ $700 ਏ ਈਅਰ ਵਾਧਾ ਹੋਇਆ। ਐਂਡ 5% ਐਜ਼ ਏ ਹੋਲ ਜਿਹੜੀਆਂ ਪ੍ਰਾਈਸਿਸ ਵਿੱਚ ਅਪ ਗਈਆਂ। ਜਿਹੜਾ ਮੀਟ ਵੈਂਟ ਅਪ 15.7% ਐਂਡ ਵੈਜੀਟੇਬਲਸ 10.5%, ਐਂਡ ਫਰੂਟ ਵਿੱਚ ਵਾਧਾ ਹੋਇਆ 9.1%। ਹੁਣ ਤੁਸੀਂ ਇਹ ਫਿਰ ਤੁਸੀਂ ਕੋਈ ਗੈਸ ਬਹੁਤ ਜ਼ਿਆਦਾ, ਗੈਸ ਕਿੰਨਾ ਮਹਿੰਗਾ ਹੋ ਗਿਆ। ਔਰ ਗੈਸ ਨੇ ਤਾਂ ਬੜਾ ਪਤਾ ਨਹੀਂ ਐਕਸਪੈਕਟ ਕੀਤਾ ਜਾਂਦਾ, ਹੋ ਸਕਦਾ ਗੈਸ ਪਰਹੈਪਸ
ਐਸੇ ਇਵੈਂਟਰ ਵਿੱਚ $100 ਨੂੰ ਹੋ ਜਾਏ, ਜੇ $100 ਨੂੰ ਹੋ ਗਿਆ ਤਾਂ ਕਰੋੜ ਦੀ ਗੱਲ ਕਰ ਰਹੇ ਸੀ। ਤੇ ਗੈਸ ਨਾਲ ਤਾਂ ਖੈਰ ਬੜੀ ਇਕਨੋਮੀ ਕੈਨੇਡਾ ਦੀ ਜੁੜੀ ਆ, ਉਸੇ ਵੇਲੇ ਡਾਲਰ ਅਪ ਹੋ ਜਾਂਦਾ ਜਦੋਂ ਗੈਸ ਦੀ ਕੀਮਤਾਂ ਵੱਧਦੀਆਂ। ਮੈਨੂੰ ਲੱਗਦਾ ਥੋੜ੍ਹਾ ਜਿਹਾ ਨੂੰ ਚੰਗਾ ਵੀ ਲੱਗਦਾ ਨਾ, ਜਿਹਨੂੰ ਫੀਲ ਗੁੱਡ ਵਾਲਾ ਥੋੜ੍ਹਾ ਜਿਹਾ ਆਉਂਦਾ ਆ ਕਿ ਸਾਡਾ ਡਾਲਰ ਜਿਹੜਾ ਆ US ਦੇ ਨੇੜੇ ਜਦੋਂ ਜਾਂਦਾ ਆ, ਜਦੋਂ ਪ੍ਰਾਈਸ ਕਰੂਡ ਆਇਲ ਦੀ ਵੱਧਦੀ ਆ ਕਿਤੇ, ਉਹਦੇ ਨਾਲ ਕਾਫੀ ਜ਼ਿਆਦਾ ਸਾਨੂੰ ਐਂ ਲੱਗਦਾ ਕਿ ਅਸੀਂ ਵੀ ਬਰਾਬਰ ਖੜੇ ਹਾਂ ਜੀ। ਫੀਲ ਗੁੱਡ ਯੂਜ਼ ਟੂ ਬੀ ਲਾਈਕ ਦੈਟ, ਇਟਸ ਯੂਜ਼ ਟੂ ਬੀ ਲਾਈਕ ਦੈਟ। ਪਰ ਹੁਣ ਡਾਲਰ ਜਿੱਥੇ ਸੀਗਾ ਉੱਥੇ ਦਾ ਉੱਥੇ ਖੜਾ 78-79 ਸੈਂਟ ਦੇ, ਜੋ ਕਿ ਜਿਸ ਹਿਸਾਬ ਦੇ ਨਾਲ ਗੈਸ ਪ੍ਰਾਈਸ, ਜਿਸ ਹਿਸਾਬ ਦੇ ਨਾਲ ਆਇਲ ਪ੍ਰਾਈਸ ਅਪ ਗਈ ਆ, ਜਿਸ ਹਿਸਾਬ ਦੇ ਨਾਲ ਬਾਕੀ ਕਮੋਡਿਟੀ ਪ੍ਰਾਈਸਿਸ ਅਪ ਗਈਆਂ, ਉਸ ਹਿਸਾਬ ਨਾਲ ਡਾਲਰ ਜਿਹੜਾ 85 ਸੈਂਟ ਤੋਂ ਉੱਪਰ ਹੋਣਾ ਚਾਹੀਦਾ ਸੀ। ਪਰ ਓਵਰਆਲ ਤੇ 75 ਦੇ ਲਾਗੇ ਰਹਿੰਦਾ ਹੁੰਦਾ ਸੀ, ਵਿੱਚ ਜੇ 65 ਵੀ ਹੋ ਗਿਆ ਸੀ, ਪਰ ਇੱਕ ਵਾਰੀ 1.10 ਵੀ ਹੋ ਗਿਆ ਸੀ ਮੈਨੂੰ ਯਾਦ ਆ। ਪਰ ਨਾਰਮਲੀ 65 ਤੋਂ 68 ਇਹ 1-2 ਸਾਲ ਵੇਰੀ ਕਰਦਾ ਰਿਹਾ। ਪਰ ਹੁਣ ਸਾਨੂੰ ਲੱਗ ਰਿਹਾ ਕਿ ਅੱਗੇ ਨੂੰ ਬੈਟਰ ਆ ਕਿ 78 ਤੇ ਆ ਗਏ ਆਪਾਂ। ਵੇਖੋ ਜਿਹੜੇ ਕੰਟਰੀ 'ਚ ਰਹਿੰਦੇ ਆ ਨਾ, ਉਹ ਭਾਵੇਂ ਜਿੱਦਾਂ ਮਰਜ਼ੀ ਆ, ਸਾਨੂੰ ਉਹਦੀਆਂ ਫੀਲਿੰਗ ਤੇ ਆਉਂਦੀਆਂ ਨੇ ਕਿ ਸਾਡਾ ਡਾਲਰ ਕਿਸੇ ਨੂੰ ਘੱਟ ਕਿਉਂ ਹੋਵੇ, ਸਾਡੀ ਲੂਣੀ ਜਿਹੜੀ ਆ ਉਹ ਕਿਸੇ US ਡਾਲਰ ਨੂੰ ਘੱਟ ਕਿਉਂ ਹੋਵੇ, ਭਾਵੇਂ ਸਾਨੂੰ ਉਹਦਾ ਇਫੈਕਟ ਹੁੰਦਾ ਭਾਵੇਂ ਨਹੀਂ। ਅੱਛਾ ਡਾਕਟਰ ਸਾਹਿਬ, ਮੈਂ ਪ੍ਰੋਫੈਸਰ ਫਿਰ ਮੁੜ ਕੇ ਉਹਨਾਂ ਉੱਤੇ ਇਹ ਤੁਸੀਂ ਸ਼ੁਰੂ ਜ਼ਿਕਰ ਕੀਤਾ ਕਿ ਜਿਹੜੀਆਂ ਵੂਮਨ ਕੈਂਡੀਡੇਟ ਆ ਉਹਨਾਂ ਦੀ ਰੇਸ਼ੋ ਘਟਣ ਕਰਕੇ ਮੁਸ਼ਕਲ ਆਏਗੀ। ਤੇ ਜਿੱਦਾਂ ਫਰੀ ਮੈਨ ਏਰੀਆ ਕਿ ਪਿਛਲੀ ਵਾਰ ਲੋਕੀ ਬਹੁਤ ਕ੍ਰਿਟਿਸਾਈਜ਼ ਕਰਦੇ ਸੀ ਇਹਨਾਂ ਨੂੰ, ਕਹਿੰਦੇ ਸੀ ਕਿ ਸਾਰਾ ਕੁਝ ਉਹਨਾਂ ਤੇ ਹੀ ਛੱਡਿਆ ਹੋਇਆ, ਪਰ ਉਹਨੇ ਪ੍ਰੂਵ ਕੀਤਾ ਆਪਣੇ ਆਪ ਨੂੰ। ਖਾਸ ਕਰਕੇ ਜਿਹੜਾ ਆਪਣਾ ਨਾਫਟਾ ਵਾਲਾ ਮੈਟਰ ਆਇਆ ਸੀਗਾ, ਤੇ ਉਹਦੇ ਵਿੱਚ ਉਹਨੇ ਕਾਫੀ ਜ਼ਿਆਦਾ ਮਿਹਨਤ ਕਰਕੇ ਉਹਨੂੰ ਕੀਤਾ, ਉਹਨੇ ਆਪਣੀ ਕਾਬਲੀਅਤ ਜਿਹੜੀ ਹੈ ਸ਼ੋਅ ਕੀਤੀ। ਤੇ ਉਹਨਾਂ ਦਾ ਉਹਦਾ ਤੇ ਲੱਗਦਾ ਨਹੀਂ ਚੇਂਜ ਹੋਏਗਾ, ਫਾਈਨੈਂਸ ਵੀ ਉਹਨਾਂ ਕੋਲ ਰਹੇਗਾ ਔਰ ਡਿਪਟੀ ਪ੍ਰਾਈਮ ਮਿਨਿਸਟਰ ਵੀ ਰਹਿਣਗੇ। ਹਰਜੀਤ ਸੱਜਣ ਹੋਰਾਂ ਦਾ ਮਹਿਕਮਾ ਬਦਲਣ ਦੀਆਂ ਸੰਭਾਵਨਾਵਾਂ ਕਾਫੀ ਲੱਗ ਰਹੀਆਂ ਨੇ। ਉਹਨਾਂ ਦੇ ਉੱਤੇ ਕੁਝ ਐਲੀਗੇਸ਼ਨ ਵੀ ਸੀ ਕਿ ਉਹ ਮੈਨੂੰ ਪ੍ਰੋਟੈਕਟ ਨਹੀਂ ਕਰ ਸਕੇ, ਔਰ ਲੋਕੀ ਕਹਿ ਰਹੇ ਆ ਕਿ ਸ਼ਾਇਦ ਅਨੀਤਾ ਜਿਹੜੇ ਨੇ ਉਹਨਾਂ ਨੂੰ ਡਿਫੈਂਸ ਮਿਨਿਸਟਰ ਬਣਾਇਆ ਜਾ ਸਕਦਾ। ਇਸ ਤਰ੍ਹਾਂ ਅਨੀਤਾ ਆਨੰਦ ਹੈ ਜਿਹੜੀ, ਸ਼ੀ ਇਜ਼ ਵੈਰੀ ਐਜੂਕੇਟਡ, ਸ਼ੀ ਇਜ਼ ਏ ਲੈਕਚਰਰ, ਸ਼ੀ ਇਜ਼ ਏ ਪ੍ਰੋਫੈਸਰ, ਇਹ ਵਕੀਲਾਂ ਨੂੰ ਪੜ੍ਹਾਉਂਦੀ ਹੈ, ਸ਼ੀ ਕੁਆਲੀਫਾਈਜ਼ ਐਂਡ ਹੋ ਸਕਦਾ ਉਹਨੂੰ ਮੇਰੇ ਖਿਆਲ ਡੈਫੀਨਿਟਲੀ ਸ਼ੀ ਵਿਲ ਬੀ। ਦੇਖੋ ਜਿਹੜੀ ਤੁਸੀਂ ਪਹਿਲੋਂ ਗੱਲ ਕੀਤੀ ਵੀ ਬਰੈਂਪਟਨ ਦੇ ਵਿੱਚੋਂ ਕੋਈ ਨਹੀਂ ਕੰਪੇਅਰ ਟੂ ਅਨੀਤਾ ਓਕਵਲ ਤੋਂ ਇਲੈਕਟ ਹੋ ਕੇ ਪਿਛਲੀ ਇਲੈਕਸ਼ਨਾਂ 'ਚ ਗਈ ਹੈ, ਪਹਿਲੀ ਦਫਾ ਇਲੈਕਟ ਹੋਈ, ਪਹਿਲੀ ਦਫਾ ਸ਼ੀ ਬਿਕੇਮ ਦੀ ਮਿਨਿਸਟਰ। ਸੋ ਇਹ ਕੁਆਲੀਫਿਕੇਸ਼ਨ ਵੀ ਤਾਂ ਤੁਹਾਡੇ ਮੇਕਸ ਲੋਟ ਆਫ ਡਿਫਰੈਂਸ, ਪਲੱਸ ਜੋ ਵੀ ਉਹਨਾਂ ਦਾ ਕ੍ਰਾਈਟੀਰੀਆ ਹੋ। ਸੋ ਆਉਣ ਵਾਲੇ ਦਿਨਾਂ 'ਚ ਕੈਬਨਿਟ ਬਣ ਜਾਣੀ ਹੈ, ਜਦੋਂ ਕੈਬਨਿਟ ਬਣ ਗਈ ਆਪਾਂ ਉਹਦੇ ਬਾਰੇ ਫਿਰ ਉਦੋਂ ਚੀਰ ਫਾੜ ਕਰਾਂਗੇ। ਐਂਡ ਦੇਰ ਗੋਨਾ ਬੀ ਲੋਟ ਆਫ ਚੈਲੰਜਿਸ ਕਿ ਜਿਹੜੀ ਜਿੰਨੀਆਂ ਇਹਨਾਂ ਨੇ $78 ਬਿਲੀਅਨ ਦੀਆਂ ਪ੍ਰੋਮਿਸ ਕੀਤੇ ਆ, ਉਧਰ ਜਿਹਦੇ ਸਿਰ ਦੇ ਉੱਤੇ ਇਹਨਾਂ ਨੇ ਰਾਜ ਭਾਗ ਕਰਨਾ NDP ਜਾਂ ਬਲਾਕ ਕਿਊਬਕ, ਕਿਉਂਕਿ ਕੰਜ਼ਰਵੇਟਿਵ ਨੇ ਤਾਂ ਇਹਨਾਂ ਨੂੰ ਸਪੋਰਟ ਨਹੀਂ ਕਰਨੀ। ਐਂਡ ਬਲਾਕ ਕਿਊਬਕ ਦੀਆਂ ਆਪਣੀਆਂ ਡਿਮਾਂਡਸ ਆ, NDP ਦੀਆਂ ਆਪਣੀਆਂ ਡਿਮਾਂਡਸ ਆ। NDP ਨੇ ਤਾਂ ਮਗੋਰਾ ਇੰਨਾ ਖੋਲ੍ਹਿਆ ਆ, ਉਹਨਾਂ ਨੇ ਕਿਹਾ ਵੀ 214 ਬਿਲੀਅਨ ਦੀ ਸਾਡੀ ਸਪੈਂਡਿੰਗ ਦੀ ਡਿਮਾਂਡ ਹੈ। ਐਂਡ ਨੇਮ ਐਨੀ ਸੈਕਟਰ, ਜਿੱਦਾਂ ਫਾਰਮਾ ਕੇਅਰ ਤੇ 38.1 ਬਿਲੀਅਨ, ਡੈਂਟਲ ਦੇ ਉੱਤੇ 11.1 ਬਿਲੀਅਨ, ਲਾਈਕ ਦੈਟ ਔਨ ਐਂਡ ਔਨ ਐਂਡ ਔਨ। ਪਰ ਟੀਚਰ ਸਾਹਿਬ ਜਿਹੜੀ ਸਪੈਂਡਿੰਗ ਉਹ ਕਹਿ ਰਹੇ ਆ, ਵੈਸੇ ਤਾਂ ਜਿੱਦਾਂ ਤੁਸੀਂ ਸ਼ੁਰੂ 'ਚ ਕਿਹਾ ਕਿ ਮਿਨੋਰਟੀ ਸਰਕਾਰ ਨੂੰ ਦਬਾਅ ਥੱਲੇ ਕਰਨਾ ਪੈਂਦਾ, ਉਹਨਾਂ ਦੀ ਮੰਨਣੀ ਵੀ ਪੈਂਦੀ ਆ ਅਤੇ ਲੋਕਾਂ ਦਾ ਭਲਾ ਹੋ ਜਾਂਦਾ। ਅਤੇ ਮੰਗ ਤੇ ਉਹ ਚੰਗੇ ਕੰਮਾਂ ਲਈ ਰਹੇ ਆ, ਫਾਰਮਾ ਕੇਅਰ 'ਤੇ ਮੰਗ ਰਹੇ ਆ, ਓਲਡ ਏਜ ਜਿਹੜੇ ਪੈਨਸ਼ਨਰ ਉਹਨਾਂ ਵਾਸਤੇ ਮੰਗ ਰਹੇ ਆ, ਡੈਂਟਲ ਕੇਅਰ ਦਾ ਮੰਗ ਰਹੇ ਆ, ਹੋਰ ਚੀਜ਼ਾਂ ਮੰਗ ਰਹੇ ਆ। ਬੇਸਿਕਲੀ ਤਾਂ ਉਹ ਜਿਹੜੀਆਂ ਚੀਜ਼ਾਂ ਨੇ ਸਾਡੀ ਹੈਲਥ ਨਾਲ ਜਾਂ ਐਜੂਕੇਸ਼ਨ ਨਾਲ ਰਿਲੇਟਡ ਚੀਜ਼ਾਂ 'ਤੇ ਮੰਗਦੇ ਆ, ਅਤੇ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਇਹਦੇ ਵਿੱਚ ਕੋਈ ਸਾਨੂੰ ਕ੍ਰਿਟੀਸਾਈਜ਼ ਕਰਨਾ ਚਾਹੀਦਾ। ਹਾਂ, ਜੇ ਉਹ ਮੰਗਦੇ ਹੋਣ ਵੀ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ 'ਤੇ ਮੰਗਦੇ ਹੋਣ ਜਿਹੜੀਆਂ ਮਤਲਬ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਨਾ ਕਰਦੀਆਂ ਹੋਣ, ਫਿਰ ਆਪਾਂ ਨੂੰ ਕ੍ਰਿਟੀਸਾਈਜ਼ ਕਰੀਏ ਤਾਂ ਫਿਰ ਚੰਗਾ ਲੱਗਦਾ। ਜੇ ਸਾਨੂੰ ਉਸ ਤਰ੍ਹਾਂ ਸਿੱਧੇ ਤੌਰ 'ਤੇ ਉਹ ਚੀਜ਼ਾਂ ਪ੍ਰਭਾਵਿਤ ਕਰ ਰਹੀਆਂ ਨੇ, ਲੋਕਾਂ ਦੀ ਲੋੜ ਆ, ਨੀਡ ਹੈ। ਤੁਸੀਂ ਦੇਖੋ ਪੈਨਸ਼ਨ ਦੀ ਗੱਲ ਕਰ ਲਈਏ, ਜਿਹੜੇ ਸੀਨੀਅਰ ਸਿਟੀਜ਼ਨ ਨੇ, ਵੈਸੇ ਆਪਾਂ ਹੁਣ ਸਾਰੇ ਉਹਨਾਂ 'ਚ ਹੀ ਆਉਣੇ ਲਗਭਗ, ਅਤੇ ਜਿਹੜੇ ਬਾਹਰੋਂ ਆਏ ਸੀਨੀਅਰ ਸਿਟੀਜ਼ਨ ਨੇ, ਜਿਹੜੇ ਲੰਬਾ ਸਮਾਂ ਇੱਥੇ 40 ਸਾਲ ਕੰਮ ਨਹੀਂ ਕੀਤਾ, ਇੱਥੋਂ 18 ਸਾਲ ਦੀ ਏਜ 'ਚ ਨਹੀਂ ਆਏ ਪਹਿਲਾਂ, ਉਹਨਾਂ ਦੀ ਪੈਨਸ਼ਨ ਜਿਹੜੀ ਬਹੁਤ ਜ਼ਿਆਦਾ ਨਹੀਂ ਹੁੰਦੀ, 1000-1200 ਦੇ ਕਰੀਬ ਆ, ਉਹ ਵੀ ਸਪਲੀਮੈਂਟ ਪਾ ਕੇ ਜਿਹੜੀ ਗੱਲ ਆ। ਅਤੇ ਆਪਾਂ ਸਾਰੇ ਜਾਣਦੇ ਹਾਂ ਕਿ ਇੱਥੇ 1000 ਜਾਂ $1200 ਨਾਲ ਸਰਵਾਈਵਲ ਬਹੁਤ ਡਿਫੀਕਲਟ ਹੈ। ਈਵਨ ਦੋ ਤੁਸੀਂ ਓਲਡ ਏਜ ਹਾਊਸ ਵੀ ਚੱਲ ਜਾਓ ਅਤੇ ਇੰਨੇ ਪੈਸਿਆਂ ਨਾਲ ਤੁਹਾਡਾ ਉੱਥੇ ਵੀ ਘਰ ਨਹੀਂ ਗੁਜ਼ਾਰਾ ਚੱਲ ਸਕਦਾ, ਆਪਣਾ ਘਰ 'ਤੇ ਚਲਾਉਣਾ ਦੂਰ ਰਿਹਾ। ਕਿਉਂਕਿ ਹੁਣ ਨੋਰਮਲ ਘਰਾਂ ਦੀ ਜੇ ਕਿਸੇ ਕੋਲ ਘਰ ਵੀ ਆ, ਕੋਈ ਕਹਿੰਦਾ ਮੈਂ ਫ੍ਰੀ ਕਰਾ ਲਿਆ, ਅਤੇ ਉਹਦੀ $800-900 ਪਰ ਮੰਥ, ਅਤੇ ਉਹਦੀ ਆ ਰਿਹਾ ਟੈਕਸ, ਉਹਦੇ ਉੱਤੇ ਬਿੱਲ, ਬੱਤੀਆਂ ਦੇ ਖਰਚੇ, ਹੋਰ ਖਰਚੇ। ਬੱਚੇ ਅੱਜ ਕੱਲ੍ਹ ਆਪਾਂ ਸਮਝਦੇ ਹਾਂ ਵੀ ਬੱਚੇ ਛੂ ਮੰਤਰ ਹੋ ਜਾਂਦੇ ਆ ਜਦੋਂ ਉਹ ਆਪਣੇ ਪੈਰਾਂ 'ਤੇ ਹੁੰਦੇ ਆ। ਉਹ ਕੋਈ ਡਾਊਨਟਾਊਨ ਜੋਬ ਕਰ ਰਿਹਾ, ਕੋਈ ਕਿਤੇ ਹੋਰ ਚਲਾ ਗਿਆ, ਅਤੇ ਮਾਪੇ ਜਿਹੜੇ ਆ ਉਹ ਫਿਰ ਮਜਬੂਰ ਨੇ, ਉਹਨਾਂ ਕੋਲ ਘਰ ਨਹੀਂ ਮੇਨਟੇਨ ਹੋ ਰਹੇ। ਅਤੇ ਜਿਹੜੇ ਪੈਨਸ਼ਨਰ ਨੇ ਉਹਨਾਂ ਦੀ ਭਲਾਈ ਵਾਸਤੇ ਅਗਰ ਜੇ ਕੋਈ ਥੋੜ੍ਹਾ ਬਹੁਤਾ ਹੁੰਦਾ ਆ
ਜੇ ਉਹਨਾਂ ਦੀ ਡੈਂਟਲ ਕੇਅਰ ਹੁੰਦੀ ਆ ਜਾਂ ਉਹਨਾਂ ਨੂੰ ਹੋਰ ਕੋਈ ਸਹੂਲਤਾਂ ਮਿਲਦੀਆਂ ਤਾਂ ਮੇਰੇ ਖਿਆਲ ਇਹਨੂੰ ਵੈਲਕਮ ਕਰਨਾ ਬਣਦਾ ਕਿਤੇ। ਦੇਖੋ ਗੱਲ ਆ ਤੁਹਾਡੀ, ਬਿਲਕੁਲ ਤੁਹਾਡੀ ਕਰੈਕਟ ਹੈ ਇਹ ਗੱਲ, ਪਰ ਸਿਚੁਏਸ਼ਨ ਐਸ ਕੰਟਰੀ ਦੀ ਤੇ ਇੰਡੀਆ ਦੀ ਟੋਟਲੀ ਡਿਫਰੈਂਟ ਹੈ। ਇੰਡੀਆ ਦੇ ਵਿੱਚ ਇੰਡੀਆ ਦੇ ਪੋਲੀਟੀਸ਼ੀਅਨਸ ਨੇ ਉੱਥੇ ਦੇ ਲੋਕਾਂ ਨੂੰ ਹਰ ਚੀਜ਼ ਫ੍ਰੀ, ਅਸੀਂ ਬਿਜਲੀ ਫ੍ਰੀ ਦਿਆਂਗੇ, ਅਸੀਂ ਆਹ ਫ੍ਰੀ ਦਿਆਂਗੇ, ਅਸੀਂ ਦਾਣਾ ਪਾਣੀ ਫ੍ਰੀ ਦਿਆਂਗੇ, ਅਸੀਂ ਆਹ ਫ੍ਰੀ ਦਿਆਂਗੇ। ਦਿੰਦੇ ਤੇ ਕੁਝ ਨਹੀਂ ਕਹਿੰਦੇ ਹੀ ਆ ਸਰ। ਅੱਛਾ, ਉਹ ਦਿੰਦੇ ਨਹੀਂ ਕਿ ਐਵੇਂ ਲੱਗਦਾ ਹੀ ਆ। ਡਿਫਰੈਂਸ ਇਹ ਆ ਇੱਥੇ ਦਾ ਤੇ ਉੱਥੇ ਦਾ ਡਿਫਰੈਂਸ ਇਹ ਆ, ਜਿਹੜੀ ਇੱਥੇ ਦੀਆਂ ਪਾਰਟੀਆਂ ਉਹ ਇਹ ਕਹਿੰਦੀਆਂ ਵੀ ਅਸੀਂ ਆਹ ਪ੍ਰੋਮਿਸ ਕੀਤਾ, ਨਾਲ ਇਹ ਵੀ ਐਕਸਪਲੇਨ ਕਰਦੀਆਂ ਵੀ ਪੈਸੇ ਕਿੱਥੋਂ ਆਉਣੇ ਆ। ਸੋਰਸਿਸ ਆਫ ਪਲਾਨ ਉਹਦਾ ਹੁੰਦਾ ਉਹਨਾਂ ਕੋਲ, ਰਾਈਟ। ਜਿਹੜਾ ਸੋਰਸਿਸ ਦੇ ਓਨਲੀ ਦੋ ਹੀ ਸੋਰਸ ਹੈ। ਇੱਕ ਤਾਂ ਹੈਗਾ ਕਿ ਟੈਕਸਿਸ ਮੋਰ ਲਾਓ, ਉਹ ਫਿਰ ਜੇ ਤੁਹਾਨੂੰ ਗੁੱਡੀਜ਼ ਦੇਈ ਜਾਓ ਉਹਨੇ ਟੈਕਸ ਵਧਾਈ ਜਾਓ, ਉਹ ਤਾਂ ਫਿਰ ਇਸ ਜੇਬ ਚੋਂ ਕੱਢ ਕੇ ਦੂਜੀ ਚ ਪਾਉਣ ਵਾਲੀ ਗੱਲ ਹੋ ਗਈ ਨਾ। ਜਾਂ ਫਿਰ ਹੈਗਾ ਜਿਹੜੀਆਂ ਸਰਵਿਸਿਜ਼ ਆ ਉਹਨਾਂ 'ਚ ਕਟੌਤੀ ਕਰੋ। ਹੁਣ ਦੇਖੋ ਇਹ $43 ਬਿਲੀਅਨ ਸਟੇਟਸ ਨੂੰ ਦਿੰਦੇ ਆ, ਐਂਡ ਹੈਲਥ ਕੇਅਰ ਜਿਹੜਾ ਸਾਰੇ ਕੈਨੇਡਾ ਦਾ ਜਿਹੜਾ ਹੈਲਥ ਕੇਅਰ ਆ ਆਪਣਾ ਸਾਰੇ ਬਜਟ ਦਾ 45% ਦਾ ਬਜਟ ਹੈਲਥ ਕੇਅਰ ਖਾਈ ਜਾਂਦਾ। ਐਂਡ ਹੁਣ ਫਿਰ ਉਹ ਫਿਰ ਪ੍ਰੋਮਿਸ ਵੀ ਕਰੀ ਜਾਂਦੇ ਹੋ, ਤੇ ਦੈਨ ਜਿਹੜੇ ਇਕੋਨੋਮਿਸਟ ਆ ਉਹ ਇਹ ਕੁਐਸਚਨ ਕਰਦੇ ਆ ਵੀ ਨਾਲ ਇਹ ਵੀ ਐਕਸਪਲੇਨ ਕਰ ਦਿਓ ਵੀ ਪੈਸੇ ਆਉਣੇ ਕਿੱਥੋਂ, ਰਾਈਟ। ਇਹ ਦੈਟਸ ਦੀ ਡਿਫਰੈਂਸ ਜਿਹੜੀ ਤੁਸੀਂ ਕਹਿੰਦੇ ਹੋ ਕਿ NDP ਵਾਲੇ। ਜਾਂ ਤੇ ਫਿਰ ਢੀਂਡਸਾ ਸਾਹਿਬ ਇਹ ਹੋ ਸਕਦਾ ਕਿ ਜਿਹੜੀ ਜਿੱਦਾਂ ਲਾਈਫ ਐਕਸਪੈਕਟੈਂਸੀ ਵਧੀ ਹੋਈ ਹੈ ਇੱਥੇ 80-85 ਸਾਲ, ਉਹਦਾ ਕੋਈ ਹੱਲ ਕਰਕੇ ਲੈ ਆਈਏ 60-65 ਸਾਲ ਤੇ ਬੰਦਾ ਚਾਜੇ ਚੜ ਜੇ, ਫਿਰ ਉਹਦੇ ਖਰਚੇ ਨਾ ਪੈਣ। ਪਿਛਲੀ ਦਫਾ ਹਾਰਪਰ ਨੇ, ਕਿਉਂਕਿ ਜਿਹੜੀ ਮਨੁੱਖੀ ਲਾਈਕ ਹੈ ਜਿਹੜੀ ਏਜ ਆ ਉਹ ਵੱਧ ਗਈ ਹੈ, ਉਹਦੇ ਕਰਕੇ ਦੇਖੋ ਫਰਾਂਸ ਨੇ ਕੀਤਾ, ਯੂਰਪੀਅਨ ਦੇ ਬਹੁਤ ਸਾਰੇ ਕੰਟਰੀਆਂ ਨੇ ਕੀਤਾ, ਜਰਮਨ ਨੇ ਵੀ ਕੀਤਾ, ਉਹਨਾਂ ਨੇ 67 ਕਰਤਾ 65 ਦੀ ਬਜਾਏ। ਇੱਥੇ ਵੀ ਇਹਨਾਂ ਨੇ ਕਰਤਾ ਸੀ 67, ਪਰ ਪਿਛਲੀਆਂ ਇਲੈਕਸ਼ਨਾਂ 'ਚ ਪਿਛਲੀਆਂ ਇਲੈਕਸ਼ਨਾਂ 'ਚ ਟਰੂਡੋ ਨੇ ਇਲੈਕਸ਼ਨ ਦਾ ਵਿੱਚ ਇਹ ਸਲੋਗਨ ਦਿੱਤਾ ਸੀ ਕਿ ਆਲ ਬ੍ਰਿੰਗ ਇਟ ਬੈਕ ਟੂ 65, ਹੁਣ ਇਹਨੇ 65 ਤੇ ਕਰਤਾ। ਚਾਹੀਦਾ ਤਾਂ ਹੈਗਾ 70 ਤੇ ਕਰ ਦੇਣ, ਪਰ ਜਦੋਂ 70 ਤੇ ਬੰਦਾ ਪਹੁੰਚ ਗਿਆ ਉਹਦੀ ਪੂਰੀ ਜ਼ਿੰਮੇਵਾਰੀ ਸਰਕਾਰ ਚੁੱਕੇ, ਉਹਨੂੰ ਮਤਲਬ ਕਿਸੇ ਤਰ੍ਹਾਂ ਦੀ ਤੰਗੀ ਨਾ ਆਵੇ। ਇਹ ਤਾਂ ਤੁਹਾਡੀ ਹੁਣ ਓਪੀਨੀਅਨ ਹੈ, ਮੇਰਾ ਓਪੀਨੀਅਨ ਹੈ ਵੈਸੇ। ਮੈਂ ਕਿਉਂਕਿ ਜਿਹਨੂੰ ਬੈਨੀਫਿਟ ਮਿਲਣਾ ਹੁੰਦਾ ਉਹਨੂੰ ਲੱਗਦਾ ਮੈਨੂੰ ਅਰਲੀ ਮਿਲ ਜੇ, ਹੈ ਨਾ। ਇਹ ਤਾਂ ਆਪਾਂ ਸਾਰੇ ਸੋਚਦੇ ਹਾਂ ਨਾ। ਜਿਹੜੇ ਬੰਦੇ ਨੇ 65 ਸਾਲ ਤੱਕ ਕੰਮ ਕੀਤਾ, ਜਿੱਦਾਂ ਮੈਂ ਇੱਥੇ 19 ਸਾਲ ਦਾ ਆ ਗਿਆ ਸੀ, ਐਂਡ ਮੈਂ 65 ਸਾਲ ਤੱਕ, ਕਿਉਂਕਿ 65 ਸਾਲ ਬਹੁਤ ਹੁੰਦੇ ਆ, ਜਿਹਨੇ ਉਹ ਡਿਜ਼ਰਵ ਵੀ ਕਰਦਾ ਕਿ ਨਹੀਂ। ਬਿਲਕੁਲ ਕਰਦਾ ਜੀ, ਬਿਲਕੁਲ 25 ਸਾਲ ਜਿਹੜੇ ਟੂ ਲਿਵ ਇਨ ਰਿਟਾਇਰਮੈਂਟ। ਮੈਂ ਤਾਂ ਹੀ ਤੁਹਾਨੂੰ ਕਿਹਾ ਕਿ ਜਿਹੜੇ ਲੋਕ 10 ਸਾਲ ਇੰਤਜ਼ਾਰ ਕਰਕੇ ਜਿਹੜੇ ਬਜ਼ੁਰਗ ਆ ਰਹੇ ਆ ਜਾਂ ਉਹ ਪੈਨਸ਼ਨ 'ਚ ਜਾਂਦੇ ਆ, ਉਹਨਾਂ ਦੀ ਪੈਨਸ਼ਨ ਬਹੁਤ ਘੱਟ ਆ ਇੱਥੋਂ ਦੇ ਸਟੈਂਡਰਡ ਦੇ ਮੁਤਾਬਕ, ਉਹਨਾਂ ਦਾ ਰਹਿਣਾ ਔਖਾ। ਮੈਨੂੰ ਨਹੀਂ ਪਤਾ ਤੁਹਾਡੇ ਹਿਸਾਬ ਨਾਲ, ਜਿੱਦਾਂ ਤੁਸੀਂ 65 ਸਾਲ ਇੱਥੇ ਕੰਮ ਕੀਤਾ, ਤੁਹਾਨੂੰ ਤਾਂ ਫੁੱਲ ਪੈਨਸ਼ਨ ਮਿਲਦੀ ਹੋਊ, ਗੋਰਿਆਂ ਜੀ ਨਹੀਂ। ਹਾਂ, ਮੈਨੂੰ ਤਾਂ ਉਨੀ ਮਿਲਦੀ ਹੈ, ਪਰ ਮੈਨੂੰ ਓਲਡ ਏਜ ਨਹੀਂ ਮਿਲ ਰਹੀ, ਨਾ ਮੈਨੂੰ ਸਪਲੀਮੈਂਟ ਮਿਲ ਰਿਹਾ। ਸਪਲੀਮੈਂਟ ਨਹੀਂ ਮਿਲਦਾ, ਪਰ ਓਲਡ ਏਜ ਸਿਕਿਉਰਿਟੀ ਜਿਹੜੀ ਓਲਡ ਏਜ ਤੁਹਾਨੂੰ ਓਲਡ ਏਜ ਵੀ ਨਹੀਂ ਮਿਲਦੀ। ਜੇ ਤੁਹਾਡੀ ਮੇਰੇ ਖਿਆਲ ਹੁਣ ਮੇਰੇ ਕੋਲ ਪੂਰੀਆਂ ਫਿਗਰਾਂ ਨਹੀਂ, ਜੇ ਤੁਹਾਡੀ ਇਨਕਮ 1,09,000 ਤੋਂ ਉੱਪਰ ਹੈ, ਫਿਰ ਤੁਹਾਨੂੰ ਓਲਡ ਏਜ ਬਿਲਕੁਲ ਬੰਦ ਕਰ ਦਿੰਦੇ ਆ। ਐਂਡ 78,000 ਜੇ ਤੁਹਾਡੀ ਇਨਕਮ ਹੈ, ਉਹ ਤੋਂ ਵੱਧ ਫਿਰ ਜਿਹੜਾ ਉਹ ਪਰਸੈਂਟੇਜ ਕੱਟ ਲੈਂਦੇ ਆ ਤੁਹਾਨੂੰ ਓਲਡ ਏਜ ਦੇ ਵਿੱਚੋਂ। ਤੇ ਜੇ 1,09,000 ਤੋਂ ਉੱਪਰ ਤੁਸੀਂ ਬਣਾਉਂਦੇ ਹੋ ਤਾਂ ਤੁਹਾਨੂੰ ਟੋਟਲ ਬੰਦ ਕਰ ਦਿੰਦੇ ਆ। ਸੋ ਮੈਨੂੰ ਨਾ ਮੇਰੀ ਵਾਈਫ ਨੂੰ ਨਾ ਓਲਡ ਏਜ ਮਿਲ ਰਹੀ ਹੈ, ਨਾ ਸਾਨੂੰ ਸਪਲੀਮੈਂਟ ਮਿਲ ਰਿਹਾ, ਸਿਰਫ ਉਹੀ ਮਿਲ ਰਿਹਾ ਜਿਹੜੀ CPP ਅਸੀਂ ਕੰਮ ਕਰਕੇ ਡਿਡਕਸ਼ਨ ਕਰਾਈ ਸੀ, ਰਾਈਟ। ਪਰ ਲੱਖ ਤੋਂ ਵੱਧ ਕਮਾ ਰਹੇ ਤੁਸੀਂ ਫਿਰ ਵੀ, ਰਿਟਾਇਰ ਹੋ ਗਿਆ। ਸਾਰੀ ਉਮਰ ਕੰਮ ਕੀਤਾ, ਇਨਵੈਸਟ ਵੀ ਕੀਤੀ ਸੀ, ਉਹ ਇਨਵੈਸਟਮੈਂਟ ਇਨਕਮ ਆ ਰਹੀ ਹੈ। ਦੈਟਸ ਵਾਟ ਦੇ ਸੇ। ਜਿਹਦੀ ਇਨਵੈਸਟਮੈਂਟ ਇਨਕਮ ਹੋਵੇ ਜਾਂ ਉੱਦਾਂ ਜਿੱਥੋਂ ਮਰਜ਼ੀ ਹੋਵੇ, ਉਹ ਜੇ ਤੁਹਾਡੀ ਉਹ ਪਰਸੈਂਟੇਜ ਆ ਉਹ ਤੋਂ ਜੇ ਉੱਪਰ ਹੈ ਇਨਕਮ, ਦੈਨ ਦੇ ਡੋਂਟ ਗਿਵ। ਹਾਂ, ਵੇਖਣ ਨੂੰ ਵੈਸੇ ਇੱਕ ਗੱਲ ਕਈਆਂ ਲੋਕਾਂ ਨੂੰ ਲੱਗੇਗੀ ਕਿ ਇਹ ਵੀ ਠੀਕ ਹੈ ਕਿ ਜਿਹੜਾ ਬੰਦੇ ਕੋਲ ਰਿਸੋਰਸਿਸ ਹੈਗੇ ਆ ਉਹਨੂੰ ਬਹੁਤੀ ਜ਼ਰੂਰਤ ਵੀ ਨਹੀਂ ਹੁੰਦੀ ਗਵਰਨਮੈਂਟ ਦੇ ਉੱਤੇ ਡਿਪੈਂਡ ਹੋਣ ਦੀ। ਪਰ ਦੂਜਾ ਪੱਖ ਇਹ ਵੀ ਆ ਵੀ ਇਹ ਵੀ ਕਿਸਮ ਦੀ ਡਿਸਕ੍ਰਿਮੀਨੇਸ਼ਨ ਹੈ ਕਿ ਇੱਕ ਬੰਦਾ 65 ਸਾਲ ਕੰਮ ਕਰਦਾ, ਉਹਨੂੰ ਉਹ ਚੀਜ਼ ਨਹੀਂ ਮਿਲ ਰਹੀ, ਜਿਹਨੇ ਕੁਝ ਵੀ ਨਹੀਂ ਕੀਤਾ ਉਹਨੂੰ ਤੋਂ ਜ਼ਿਆਦਾ ਪੈਸੇ ਮਿਲ ਰਹੇ ਆ। ਇਹ ਵੀ ਕਿਤੇ ਨਾ ਕਿਤੇ ਲੱਗਦਾ। ਹੁਣ ਤੁਸੀਂ ਕਈ ਬੰਦਿਆਂ ਦੇ ਵਿੱਚ ਜਿਹੜੇ ਮੇਰੇ ਨਾਲ ਦੇ ਬੰਦੇ ਆ, ਉਹ ਜਦ ਉਹਨਾਂ ਨਾਲ ਗੱਲ ਕਰੋ ਇੱਕ ਦਿਨ, ਇੱਕ ਰੇਡੀਓ ਦੇ ਉੱਤੇ ਇੱਕ ਆਪਣੀ ਲੇਡੀ ਸੀ, ਉਹ ਵੀ ਸਾਡੇ ਵਾਲੀ ਵੋਟ ਵਿੱਚ ਸੀ, ਉਹ ਕਹਿੰਦੀ ਵੀ ਸਾਰੀ ਉਮਰ ਅਸੀਂ ਕੰਮ ਕੀਤਾ, ਓਵਰ ਟਾਈਮ ਕੀਤਾ, ਔਖੇ ਹੋ ਕੇ ਵੀ ਕੰਮ ਕੀਤਾ, ਐਂਡ ਹੁਣ ਸਾਨੂੰ ਨਾ ਓਲਡ ਏਜ ਮਿਲਦੀ ਆ। ਜਿਹੜੇ ਇੱਥੇ ਕੱਲ੍ਹ ਨੂੰ ਉਤਰਦੇ ਆ ਉਹਨਾਂ ਨੂੰ ਸਭ ਕੁਝ ਦਿੰਦੇ ਆ। ਹੁਣ ਮੇਰੇ ਇਤਨੀ ਹੈ ਇਹ ਓਪੀਨੀਅਨ, ਮੈਂ ਤਾਂ ਐਗਰੀ ਹਾਂ ਗੌਰਮੈਂਟ ਨੂੰ ਦੇ ਸ਼ੁੱਡ ਅਸਿਸਟ ਦੈਮ। ਪਰ ਸਾਡੇ ਨਾਲ ਤਾਂ ਕਈ ਬੰਦੇ ਜਿਨ੍ਹਾਂ ਨੇ ਕੰਮ ਨਹੀਂ ਕੀਤਾ, ਉਹ 1800 ਉਹੀ ਲਈ ਜਾ ਰਹੇ ਆ। 1800 ਦੇ ਅੱਛਾ, ਉਹ ਮੈਂ ਸਮਝਦਾ ਜਿਹੜੇ ਪੁਰਾਣੇ ਹੋਣਗੇ, ਵੈਸੇ 1800 ਇਹਨਾਂ ਨੇ ਕੀਤਾ ਹੈ ਨਾ, ਪਾਵਰਟੀ ਲਾਈਨ। ਹਾਂ,
ਪੋਵਰਟੀ ਲਾਈਨ ਮੇਰੇ ਖਿਆਲ ਪਤਾ ਨਹੀਂ 17-18 ਹਜ਼ਾਰ ਹੈ 17-18 ਹਜ਼ਾਰ ਏ ਈਅਰ ਐਂਡ ਜਿਹੜੀ ਕਪਲ ਦਾ ਹੋਣਾ ਮੇਰੇ 36-37 ਹਜ਼ਾਰ ਜੇ ਇਹ 36-37 ਹਜ਼ਾਰ ਜਿਹੜੀ ਹਾਊ ਯੂ ਗੈਟ ਦੀ ਸਪਲੀਮੈਂਟ ਜੇ ਤੁਹਾਡੀ ਇਨਕਮ 18 ਹਜ਼ਾਰ ਤੋਂ ਘੱਟ ਹੈ ਤੁਹਾਨੂੰ ਓਲਡ ਏਜ ਮਿਲਦੀ ਹੁਣ ਪਤਾ ਨਹੀਂ 5-550 ਦਿੰਦੇ ਹੋਣੇ ਆ ਐਂਡ ਓਲਡ ਏਜ ਤੁਹਾਨੂੰ 550 ਮਿਲਦੀ ਪਲੱਸ ਤੁਹਾਨੂੰ CPP ਮਿਲਦਾ ਜੇ ਰਲਾ ਕੇ ਤੁਹਾਡੀ 18 ਹਜ਼ਾਰ ਤੋਂ ਘੱਟ ਆ ਮੇਰੇ ਕੋਲ ਪੂਰੀਆਂ ਫਿਗਰਾਂ ਨਹੀਂ ਕਿਉਂਕਿ ਮੈਂ ਅਕਾਊਂਟੈਂਟ ਤਾਂ ਹੈ ਨਹੀਂ ਹੋ ਸਕਦਾ 1000 ਖੰਡ ਵੱਧ ਹੋਵੇ ਜਾਂ ਘੱਟ ਹੋਵੇ ਜੋ ਪਰ CPP ਤੇ ਕੋਈ ਰੋਕਦਾ ਨਹੀਂ ਨਾ ਜੀ CPP ਤੇ ਤੁਹਾਡੀ ਅਰਨ ਆ ਹਾਂ CPP ਤੇ ਤੁਹਾਨੂੰ ਹਰ ਹਾਲਤ ਮਿਲਣੀ ਹੈ ਜਿੰਨੀ ਤੁਸੀਂ ਅਰਨ ਕੀਤੀ ਉਹਦਾ ਕੋਈ ਲੈਣਾ ਦੇਣਾ ਉਹ ਪਰ ਉਹ ਤੁਹਾਡੀ ਇਨਕਮ 'ਚ ਇਨਕਲੂਡ ਹੋ ਜਾਂਦੀ ਇਸ ਕਰਕੇ ਤੁਹਾਡੇ ਜਿਹੜੇ ਬਾਕੀ ਸਪਲੀਮੈਂਟ ਉਹਨੂੰ ਇਫੈਕਟ ਕਰਦੀ ਆ ਉਹ ਜੇ CPP ਵਧਿਆ ਤੁਸੀਂ ਵੱਧ ਕੰਮ ਕੀਤਾ ਵੱਧ ਪੈਸੇ ਕਮਾਏ ਤੁਹਾਡੀ ਉਹ CPP ਵੱਧ ਲੱਗ ਗਈ ਤੇ ਤੁਹਾਡੀ ਜਿਹੜੇ ਸਪਲੀਮੈਂਟ ਮਿਲਣੇ ਉਹ ਤੁਹਾਨੂੰ ਰਿਡਿਊਸ ਹੋ ਜਾਂਦੇ ਆ ਇਹ ਕਿਤੇ ਨਾ ਕਿਤੇ ਥੋੜਾ ਪਿੰਚ ਕਰਨ ਵਾਲਾ ਪੁਆਇੰਟ ਹੈ ਇਸ ਜਿਹੜੀ ਗਵਰਨਮੈਂਟ ਦੀ ਆਈ ਐਗਰੀ ਵਿਦ them ਜਿਹੜੇ ਬੰਦਿਆਂ ਨੂੰ ਇਹਨਾਂ ਨੇ ਇਹ ਕੀਤਾ ਕਿ ਜੇ ਇਹ ਸਿੰਗਲ ਪਰਸਨ ਦੀ 18000 ਤੋਂ ਘੱਟ ਇਨਕਮ ਹੈ 18000 ਇਨਕਮ ਬਣਾਉਣ ਲਈ ਤੁਹਾਡੀ ਪੈਨਸ਼ਨ ਦੋਨੇ ਪੈਨਸ਼ਨਾਂ ਉਹ ਕਾਊਂਟ ਕਰਕੇ ਜਿੰਨੀ ਵੀ ਤੁਹਾਡੀ ਹੋਰ ਵੀ ਇਨਕਮ ਹੋਊਗੀ ਉਹ ਸਾਰੀ ਕਾਊਂਟ ਕਰਕੇ ਜਿਹੜਾ ਬੈਲੈਂਸ ਆ ਦੇ ਗਿਵ ਯੂ ਫਰਮ ਸਪਲੀਮੈਂਟਰੀ ਰਾਈਟ ਐਂਡ ਟਰੂਡੋ ਨੇ ਤਾਂ ਮਤਲਬ ਜਿਹੜੀ ਤੁਹਾਨੂੰ ਪੈਨਸ਼ਨ ਲੱਗੀ ਹੋਈ ਆ ਉਹ ਤੁਹਾਡੀ ਇਨਕਮ ਇਨਕਲੂਡ ਕਰਦੇ ਆ ਉਹਨੂੰ ਜਮ੍ਹਾਂ ਕਰਕੇ ਫਿਰ ਵੇਖਦੇ ਵੀ ਕਿੰਨੀ ਬਣੀ ਹੈ ਤੁਹਾਡੀ ਦੈਟਸ ਰਾਈਟ ਅੱਛਾ ਚਲੋ ਇਹ ਵੇਖਦੇ ਨਾ ਇਹ ਇੰਡੀਵਿਜੂਅਲ ਨੂੰ ਹਰ ਇੱਕ ਨੂੰ ਆਪਣੇ ਹਿਸਾਬ ਨਾਲ ਸੂਟ ਕਰਦੀ ਆ ਪਿਛਲੇ ਦਿਨੀ ਜਦੋਂ ਸਾਡੇ ਕੋਲ MP ਵਗੈਰਾ ਆਉਂਦੇ ਰਹੇ ਨਾ ਉਮੀਦਵਾਰ ਇਲੈਕਸ਼ਨਾਂ ਦੇ ਦੌਰਾਨ ਤੇ ਹਰ ਵਾਰੀ ਪ੍ਰੋਫੈਸਰ ਜਗੀਤ ਸਿੰਘ ਕਾਲੂ ਸੀਨੀਅਰ ਦਾ ਮੁੱਦਾ ਉਠਾਉਂਦੇ ਰਹੇ ਆ ਕਿ ਜਿਹੜਾ 10 ਸਾਲ ਦੀ ਵੇਟਿੰਗ ਪੀਰੀਅਡ ਹੈ ਜੀ ਇਹ ਬਹੁਤ ਡਿਸਕ੍ਰਿਮੀਨੇਸ਼ਨ ਹੈ ਇਹ ਨਹੀਂ ਕਰਨਾ ਚਾਹੀਦਾ ਜਿਹੜਾ ਬੰਦਾ ਜਿੱਦਣ ਸਿਟੀਜ਼ਨ ਹੋ ਗਿਆ ਜਾਂ ਇੱਥੇ ਆ ਗਿਆ ਤੇ ਉਹਦੀ ਪੈਨਸ਼ਨ ਲੱਗਣੀ ਚਾਹੀਦੀ ਹੈ ਹਾਲਾਂ ਉਹ ਰੂਬੀ ਰਾਣੇ ਨੇ ਉਹ ਜਵਾਬ ਦਿੱਤਾ ਵੀ ਸੀਗਾ ਉਹਨਾਂ ਦਾ ਕਿ ਜਿਹੜੀ ਪੈਨਸ਼ਨ ਹੈ ਉਹ ਇਕੱਲੇ ਸਿਟੀਜ਼ਨ ਨੂੰ ਨਹੀਂ ਮਿਲਦੀ ਮੇਰੇ ਖਿਆਲ PR ਜਿਹੜਾ ਵੀ ਉਹਨੂੰ ਮਿਲਦੀ ਆ ਤੇ ਜਿਹੜਾ ਪੀਰੀਅਡ 10 ਸਾਲ ਹੈ ਉਹਦਾ ਮਕਸਦ ਹੈ ਕੋਈ ਕਿਉਂ ਕਰਕੇ ਕਿਉਂਕਿ ਉਹਦੀ ਕੰਟਰੀਬਿਊਸ਼ਨ ਨਹੀਂ ਹੈ ਇਸ ਕੰਟਰੀ ਵਾਸਤੇ ਕਿ ਜੇ ਉਹ ਅਪਲਾਈ ਕਰਕੇ ਆਇਆ ਪਹਿਲੇ ਦਿਨ ਤੇ ਉਹਨੂੰ ਮਿਲ ਜੇ ਸੋ ਉਹਨਾਂ ਨੂੰ ਐਂ ਲੱਗਦਾ ਕਿ ਉਹ ਬਾਅਦ 'ਚ ਮੈਨੂੰ ਕਹਿੰਦੇ ਵੀ ਸੀ ਕਿ ਰਿਕਾਰਡਿੰਗ ਹੋਣੀਆਂ ਚਾਹੀਦੀਆਂ ਮੈਂ ਆਪਣੇ ਸੀਨੀਅਰ ਨੂੰ ਦੱਸਣਾ ਕਿ ਮੈਂ ਤੁਹਾਡੇ ਮੁੱਦੇ ਉਠਾਏ ਆ ਤੇ ਕਈ ਵਾਰ ਇੱਦਾਂ ਵੀ ਹੁੰਦਾ ਸਰ ਦੇਖੋ ਜਿਹੜਾ ਪ੍ਰੋਫੈਸਰ ਸਾਹਿਬ ਨੇ ਕੀਤਾ ਨਾ ਰੇਜ਼ ਕੁਐਸਚਨ ਇਹ ਹੁਣ ਦੀ ਡਿਮਾਂਡ ਨਹੀਂ ਬਹੁਤ ਚਿਰ ਦੀ ਡਿਮਾਂਡ ਹੈ ਅਸੀਂ ਵੀ ਇੰਡੋ ਕੈਨੇਡੀਅਨ ਵਰਕਰਸ ਐਸੋਸੀਏਸ਼ਨ ਵੱਲੋਂ ਸੀਨੀਅਰਸ ਦੀ ਇਹ ਡਿਮਾਂਡ ਲੈ ਕੇ ਲੜਦੇ ਰਹੇ ਹਾਂ MPs ਨੂੰ ਸਾਈਨ ਕਰਾ ਕੇ ਵੀ ਦਿੰਦੇ ਰਹੇ ਪਟੀਸ਼ਨ ਦੇ ਉੱਤੇ ਸਾਰਾ ਇਹਨਾਂ ਦੀ ਹੁਣ ਇੱਕ ਹੋਰ ਵੀ ਦੇਖੋ ਤੁਸੀਂ ਜਿਹੜੇ ਇੰਡੀਆ ਤੋਂ ਆਉਂਦੇ ਆ ਸੀਨੀਅਰ ਸਿਟੀਜ਼ਨ ਇੱਥੇ ਆ ਜਾਂਦੇ ਆ ਉਹਨਾਂ ਨੂੰ ਉਹ 10 ਸਾਲ ਵੀ ਰਹਿੰਦੇ ਉਹਨਾਂ ਨੂੰ ਪੂਰੀ ਨਹੀਂ ਪੈਨਸ਼ਨ ਮਿਲਦੀ ਜਿਹੜੇ ਇੰਗਲੈਂਡ ਤੋਂ ਆਉਂਦੇ ਆ ਯੂਰਪ ਤੋਂ ਆਉਂਦੇ ਆ ਉਹਨਾਂ ਨੂੰ ਪੂਰੀ ਮਿਲਦੀ ਹੈ ਉਹ ਇਸ ਕਰਕੇ ਮਿਲਦੀ ਹੈ ਕਿਉਂਕਿ ਜਿਹੜੀ ਕੈਨੇਡਾ ਦੀ ਉਹਨਾਂ ਦੇ ਨਾਲ ਸੰਧੀ ਹੈ ਇਹਨਾਂ ਨੇ ਐਗਰੀਮੈਂਟ ਕੀਤਾ ਹੈ ਜੇ ਇੰਡੀਆ ਦੇ ਨਾਲ ਵੀ ਐਗਰੀਮੈਂਟ ਹੋਊਗਾ ਤਾਂ ਦੈਨ ਦੈਟ ਵਿਲ ਬੀ ਐਡਜਸਟੇਬਲ ਹੁਣ ਉਹ ਇਹ ਭੁੱਲ ਜਾਂਦੇ ਆ ਜਿਹੜੇ ਮੁਲਾਜ਼ਮ ਹੈ ਇੰਡੀਆ ਤੋਂ ਆਉਂਦੇ ਆ ਇਹ ਤੁਸੀਂ ਉੱਥੇ ਵੀ ਪੈਨਸ਼ਨ ਲਈ ਜਾਂਦੇ ਹੋ ਤੁਸੀਂ ਉੱਥੇ ਹਾਲੇ ਵੀ ਲਈ ਜਾਂਦੇ ਹੋ ਹੈ ਤੇ ਇੱਥੇ ਆ ਕੇ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਪੈਨਸ਼ਨ ਜਿਹੜੇ ਇੱਥੇ ਦੇ ਲੈਂਦੇ ਉਹਦੇ ਬਰਾਬਰ ਮਿਲਣੀ ਚਾਹੀਦੀ ਹੈ ਜੇ ਗਵਰਨਮੈਂਟ ਦਾ ਐਗਰੀਮੈਂਟ ਇੰਡੀਅਨ ਗਵਰਨਮੈਂਟ ਦੇ ਨਾਲ ਹੋਇਆ ਤਾਂ ਉਹ ਫਿਰ ਤੁਹਾਡੀ ਜਿਹੜੀ ਇੰਡੀਆ ਦੇ ਵਿੱਚ ਪੈਨਸ਼ਨ ਮਿਲਦੀ ਆ ਉਹਨੂੰ ਵਿੱਚ ਇਨਕਲੂਡ ਕਰਨਗੇ ਨਹੀਂ ਉਹ ਤੇ ਹੁਣ ਵੀ ਦਿਖਾਉਣੀ ਜ਼ਰੂਰੀ ਹੁੰਦੀ ਆ ਆਪਾਂ ਨਹੀਂ ਦਿਖਾਉਂਦੇ ਗੱਲ ਵੱਖਰੀ ਆ ਜਿਹੜੀ ਤੁਹਾਨੂੰ ਵਰਲਡ ਵਾਈਡ ਕਿਤੋਂ ਵੀ ਕੋਈ ਇਨਕਮ ਆ ਰਹੀ ਆ ਚਾਹੇ ਉਹ ਪੈਨਸ਼ਨ ਦੇ ਰੂਪ 'ਚ ਆ ਰਹੀ ਆ ਚਾਹੇ ਤੁਹਾਨੂੰ ਕਿਸੇ ਹੋਰ ਰੂਪ 'ਚ ਆਈ ਆ ਲੀਗਲੀ ਉਹ ਸ਼ੋਅ ਕਰਨੀ ਪੈਂਦੀ ਆ ਤੇ ਕੁਝ ਇੱਕ ਮੁਲਕਾਂ ਦੀ ਜਿੱਦਾਂ ਤੁਸੀਂ ਜਿਨ੍ਹਾਂ ਮੁਲਕਾਂ ਦਾ ਐਗਰੀਮੈਂਟ ਕਰ ਰਹੇ ਹੋ ਉਹ ਐਗਰੀਮੈਂਟ ਦੇ ਪਿੱਛੇ ਵੀ ਇੱਕ ਸਟੋਰੀ ਹੋਰ ਹੈ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਉਹ ਇਹ ਆ ਕਿ ਉਹਨਾਂ ਮੁਲਕਾਂ ਦੇ ਵਿੱਚ ਉੱਥੋਂ ਦੇ ਸੀਨੀਅਰ ਸਿਟੀਜ਼ਨ ਜਿਹੜੇ ਆ ਉਹ ਇਹਨਾਂ ਮੁਲਕਾਂ ਦੇ ਬਰਾਬਰ ਦੀਆਂ ਸਹੂਲਤਾਂ ਉੱਥੇ ਵੀ ਮਿਲਦੀਆਂ ਪੈਨਸ਼ਨ ਮਿਲਦੀਆਂ ਨੇ ਭਾਰਤ ਵਰਗੇ ਮੁਲਕ ਇੱਥੇ 250 ਰੁਪਇਆ ਮਿਲਦਾ ਵਾ ਇੱਕ ਬਜ਼ੁਰਗ ਨੂੰ ਤੇ ਉਹਨੂੰ ਕੀ ਕਹੋਗੇ ਤੁਸੀਂ ਆਉਂਦੇ ਉਹਨੂੰ $20,000 ਲੱਗ ਜੇ ਉਹ ਕਿੱਦਾਂ ਲੱਗ ਜਾਊਗਾ ਮਤਲਬ ਜੇ ਐਗਰੀਮੈਂਟ ਵੀ ਤੇ ਉਹ ਕਹਿੰਦੇ ਆ ਨਾ ਜਿਹੜੀ ਰਿਸ਼ਤੇਦਾਰੀਆਂ ਤੇ ਜਿਹੜੀਆਂ ਸੌਦੇਬਾਜ਼ੀਆਂ ਤੇ ਜਿਹੜੀਆਂ ਹੁੰਦੇ ਆ ਐਗਰੀਮੈਂਟ ਉਹ ਬਰਾਬਰ ਦੇ ਲੋਕਾਂ 'ਚ ਹੀ ਹੁੰਦੇ ਆ ਮਾੜੇ ਨਾਲ ਕੋਈ ਨਾ ਰਿਸ਼ਤੇਦਾਰੀ ਰੱਖਣਾ ਚਾਹੁੰਦਾ ਨਾ ਕੋਈ ਉਹਦੇ ਨਾਲ ਸਮਝੌਤਾ ਕਰਨਾ ਚਾਹੁੰਦਾ ਨਾ ਕੋਈ ਉਹਦੇ ਨਾਲ ਇਹ ਕਰਨਾ ਚਾਹੁੰਦਾ ਹਮੇਸ਼ਾ ਹੁੰਦਾ ਆ ਦੁਨੀਆ ਤੇ ਇਹਨੂੰ ਡਿਸਕ੍ਰਿਮੀਨੇਸ਼ਨ ਕਹਿ ਲਓ ਕੁਝ ਕਹਿ ਲਓ ਅੱਛਾ ਹੁਣ ਆਪਾਂ ਮੁੜੀਏ ਆਪਣੇ ਮੁੱਦੇ ਵੱਲ ਇੱਕ ਚੀਜ਼ ਮੈਂ ਤੁਹਾਡੇ ਕੋਲ ਹੋਰ ਜਾਣਨੀ ਚਾਹੁੰਦਾ ਲੱਗਦੇ ਹੱਥੇ ਵੀ ਸਾਡੇ ਬੜੇ ਹੋਣਹਾਰ ਇੱਕ ਮਿਨਿਸਟਰ ਵੀ ਰਹੇ ਆ ਬੜੇ ਕੀ ਪੋਸਟਾਂ ਤੇ ਰਹੇ ਆ ਯਾਨੀ ਕਿ ਸਰਕਾਰ 'ਚ ਨਵਦੀਪ ਬੈਂਸਰੀ ਉਹ ਵਿੱਚ ਵਿਚਾਲੇ ਛੱਡ ਗਏ ਸੀਗੇ ਤੇ ਉਹਨਾਂ ਨੂੰ ਹੁਣ CIBC 'ਚ ਵਾਈਸ ਚੇਅਰਮੈਨ ਜਾ ਲੱਗੇ ਆ ਤੇ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਜਿਹੜਾ CIBC ਦਾ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਹੁੰਦਾ ਇਹ ਕਿੰਨਾ ਕੁ ਪਾਵਰਫੁਲ ਹੁੰਦਾ ਜਾਂ ਇਕਨੋਮੀ ਵਾਈਜ਼ ਉਹ ਕਿੰਨਾ ਕੁ ਜਿਹੜੀ ਮਿਨਿਸਟਰੀ ਤੋਂ ਵੱਧ ਪੈਸੇ ਬਣਾਉਣ ਵਾਲਾ ਹੁੰਦਾ ਕੀ ਹੁੰਦਾ ਕਿਉਂ ਮਤਲਬ ਇੱਕ ਪਾਸੇ ਤੋਂ ਉਹਨਾਂ ਕਿਹਾ ਸੀ ਕਿ ਮੇਰੇ ਕੋਲ ਇੰਨਾ ਸਮਾਂ ਨਹੀਂ ਆ ਮੈਂ ਬੱਚਿਆਂ ਨੂੰ ਸਮਾਂ ਦੇਣਾ ਚਾਹੁੰਦਾ ਤੇ ਜਦੋਂ ਕਾਰਪੋਰੇਟ ਦੇ ਜਾ ਕੇ ਤੁਸੀਂ ਚੇਅਰਮੈਨ ਲੱਗ ਜਾਂਦੇ ਹੋ ਕਿਸੇ ਦੇ ਤੇ ਉੱਥੇ ਤੇ ਮੈਨੂੰ ਲੱਗਦਾ ਰਾਤ ਨੂੰ ਸੌਣ ਦਾ ਸਮਾਂ ਵੀ ਨਹੀਂ ਹੁੰਦਾ ਕਿਉਂਕਿ ਉਹ ਤੇ ਚਾਹੁੰਦੇ ਨੇ ਕਿ
ਸਾਡੇ ਲਈ ਤੁਸੀਂ ਕੀ ਕਰਕੇ ਦਿੱਤਾ ਤੇ ਉਹ 'ਚੋਂ ਹੀ ਦੇਣਾ ਨਾ ਜੀ। ਤੇ ਉਹ ਹੁਣ ਵਾਈਸ ਚੇਅਰਮੈਨ ਬਣ ਗਏ ਨੇ ਤੇ ਕਿਹੋ ਜਿਹਾ ਅਹੁਦਾ ਹੋਊਗਾ, ਕਿੰਨੇ ਕੁ ਪੈਸੇ ਮਿਲਦੇ ਹੋਣਗੇ ਤੇ ਉਹਨਾਂ ਦਾ ਲਾਈਫ ਸਟਾਈਲ ਕਿੰਨਾ ਕੁ ਚੇਂਜ ਹੋਇਆ, ਉਹ ਕਿੰਨੇ ਕੁ ਫ੍ਰੀ ਟਾਈਮ ਮਿਲ ਗਿਆ ਹੋਊਗਾ ਉਹਨਾਂ ਨੂੰ। ਮੈਂ ਉਹਨਾਂ ਕੋਲ ਬੜੀਆਂ ਉਮੀਦਾਂ ਸੀ ਸਾਡੇ ਭਾਈਚਾਰੇ ਨੂੰ ਕਿ ਸ਼ਾਇਦ ਉਹ ਕਿਸੇ ਦਿਨ ਪ੍ਰਾਈਮ ਮਿਨਿਸਟਰ ਵੀ ਬਣ ਸਕਣਗੇ। ਉਹਨਾਂ ਨੇ ਉਹ ਚੀਜ਼ ਨੂੰ ਛੱਡ ਕੇ ਇੱਕ ਪਾਸੇ ਅਸੀਂ ਸਲਾਹ ਹੋਣੇ ਅਸੀਂ ਨੂੰ ਵੀ ਇਸ ਮੁਲਕ ਦੇ ਵਿੱਚ ਉਹਨਾਂ ਚੀਜ਼ਾਂ ਤੋਂ ਵੀ ਲੋਕ ਡ੍ਰੌਪ ਕਰਕੇ ਤੇ ਨਵੀਂ ਜ਼ਿੰਦਗੀ ਸ਼ੁਰੂ ਕਰ ਲੈਂਦੇ। ਪਰ ਦੂਜਾ ਪੱਖ ਇਹ ਵੀ ਆ ਕਿ ਭਾਈਚਾਰੇ ਨੂੰ ਉਮੀਦਾਂ ਵੀ ਹੁੰਦੀਆਂ ਕਿ ਬੰਦਾ ਹੋਰ ਅੱਗੇ ਜਾਣ ਵਾਲਾ ਆ। ਦੇਖੋ ਇਹ ਮੈਨੂੰ ਤਾਂ ਇਸ ਸੈਨੈਰੀਓ ਸਾਰਾ ਸਮਝਾਇਓ ਕੀ ਹੈ। ਇਹ ਜਿਹੜਾ ਇੱਥੇ ਦਾ ਆਹ ਸਿਸਟਮ ਹੈ, ਇਹਦੇ 'ਚ ਜਿਹੜੇ ਇੱਦਾਂ ਦੇ ਪੋਲੀਟੀਸ਼ੀਅਨ ਕੋਈ ਜਾਂ ਰਿਟਾਇਰ ਹੋ ਗਏ ਜਾਂ ਉਹ ਛੱਡ ਗਏ, ਉਹਨਾਂ ਨੂੰ ਕਾਰਪੋਰੇਟ ਜਿਹੜਾ ਸੈਕਟਰ ਹੈ ਉਹ ਇਹਨਾਂ ਨੂੰ ਜਾਂ ਤਾਂ ਬੋਰਡ ਆਫ ਡਾਇਰੈਕਟਰ ਦੇ ਵਿੱਚ ਇਨਕਲੂਡ ਕਰ ਲੈਂਦੇ ਆ। ਉਹ ਵੀ ਸਾਰਿਆਂ ਨੂੰ ਨਹੀਂ ਲੈਂਦਾ, ਸਾਰਿਆਂ ਨੂੰ ਇੰਟੈਲੀਜੈਂਸ ਹੀ ਵੇਖ ਕੇ ਉਹਦੀ ਕੈਪੈਸਿਟੀ, ਉਹਦੀ ਕੈਪੇਬਿਲਿਟੀ ਵੇਖ ਕੇ। ਹੁਣ ਮੈਂ ਥੋੜੀ ਜਿਹੀ ਤੁਹਾਨੂੰ ਮੈਂ ਨਾਮ ਵੀ ਦੱਸ ਦਿੰਦਾ, ਜਿੱਦਾਂ ਮਿਸਟਰ ਪ੍ਰਿੰਸ ਸੀ, ਉਥੋਂ ਅਲਬਰਟਾ ਦਾ NDP ਸਰਕਾਰ ਬਣਨ ਤੋਂ ਪਹਿਲਾਂ ਜਿਹੜਾ ਪ੍ਰੀਮੀਅਰ ਸੀ, ਉਹ ਵੀ CIBC 'ਚ ਕੰਮ ਕਰਦਾ ਸੀ। ਉਹ CIBC ਤੋਂ ਰਿਜ਼ਾਈਨ ਕਰਕੇ ਫਿਰ ਉਹ ਪਹਿਲਾਂ ਉਹ MP ਸੀ, ਰਿਜ਼ਾਈਨ ਕਰ ਗਿਆ, ਹੀ ਵੈਂਟ ਟੂ CIBC। ਐਂਡ ਵਾਟ ਹੈਪਨਸ, ਇਹ ਜਿਹੜੀਆਂ ਫਿਰ ਕਾਰਪੋਰੇਸ਼ਨਸ ਹੈ, ਖਾਸ ਤੌਰ 'ਤੇ ਬੈਂਕਾਂ, ਜਿਹੜੇ ਪੋਲੀਟੀਸ਼ੀਅਨਸ ਹੈ, ਜਿਹੜੇ ਇਫੈਕਟਿਵ ਪੋਲੀਟੀਸ਼ੀਅਨਸ ਹੈ, ਸਾਰਿਆਂ ਨੂੰ ਨਹੀਂ, ਇਫੈਕਟਿਵ ਪੋਲੀਟੀਸ਼ੀਅਨਸ, ਕਿਉਂਕਿ ਨਵਦੀਪ ਬੈਂਸ ਵਾਜ਼ ਇਫੈਕਟਿਵ ਪੋਲੀਟੀਸ਼ੀਅਨ, ਹੀ ਵਾਜ਼ ਅ ਮੋਰ ਦੈਨ ਇਫੈਕਟਿਵ, ਬਹੁਤ ਵਧੀਆ ਸੀ। ਇਹਨਾਂ ਦੇ ਜਿਹੜੇ ਪੋਲੀਟੀਕਲ ਅਸਰ ਰਸੂਖ ਹੁੰਦੇ ਆ, ਉਹਨਾਂ ਨੂੰ ਯੂਜ਼ ਕਰਨ ਲਈ ਇਹ ਫਿਰ ਕਾਰਪੋਰੇਸ਼ਨਸ ਉਹਨਾਂ ਨੂੰ ਉਹ ਅਹੁਦਾ ਦੇਂਦੇ ਆ ਜਿਹੜਾ ਕਿ ਦੇ ਆਰ ਵੈਰੀ ਇਫੈਕਟਿਵ। ਹੁਣ ਇਹਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ, ਵਾਈਸ ਚੇਅਰਮੈਨ, ਵਾਈਸ ਪ੍ਰੈਜ਼ੀਡੈਂਟ ਹੈ। ਅੱਛਾ, ਮੈਨੂੰ ਵਾਈਸ ਚੇਅਰਮੈਨ ਪੜਿਆ ਸੀ ਮੈਂ ਕਿਤੇ। ਤਨਖਾਹ ਕਾਰਪੋਰੇਸ਼ਨਸ ਵਿੱਚ ਤਨਖਾਹ ਇਸ ਲੈਵਲ ਦੇ ਉੱਤੇ ਟੂ ਮੱਚ ਹੈ, ਕੋਈ ਡਰ ਨਹੀਂ। they get paid not like you and me। and ਜਿਹੜਾ ਹਨੀਮੂਨ ਪੀਰੀਅਡ ਮੇਰਾ ਖਿਆਲ ਸਾਲ ਜਾਂ ਜਿੰਨਾ ਚਿਰ ਲਿਬਰਲ ਸਰਕਾਰ ਹੁਣ ਹੋਊਗੀ ਉਹਨਾਂ ਚਿਰ, ਕਿਉਂਕਿ ਉਹ ਇਹ ਕਹਿੰਦੇ ਆ ਵੀ ਜਿਹੜੇ ਪੋਲੀਟੀਕਲ ਕਨੈਕਸ਼ਨਸ ਆ ਉਹ ਯੂਜ਼ ਕਰ ਲਈਏ। ਮਾਰਕੀਟਿੰਗ ਇਜ਼ ਵੈਰੀ ਇੰਪੋਰਟੈਂਟ ਫॉर them। ਇਹਨੂੰ ਤਾਂ ਬਣਾਇਆ ਨਾ ਵਾਈਸ ਪ੍ਰੈਜ਼ੀਡੈਂਟ ਬਣਾ ਕੇ ਇਹਨੂੰ ਇਨੋਵੇਸ਼ਨ, ਕਿਉਂਕਿ ਇਨੋਵੇਸ਼ਨ ਦਾ ਮੰਤਰੀ ਸੀ ਉੱਥੇ। ਇਨੋਵੇਸ਼ਨ ਲਈ ਤੁਹਾਨੂੰ ਪਤਾ ਵੀ ਸਰਕਾਰ ਕੋਲ ਕਿੰਨੇ ਪੈਸੇ, ਇਹਨੂੰ ਜਿਹੜਾ ਇਨਫਰਾਸਟ੍ਰਕਚਰ 'ਚ ਇਹਨਾਂ ਨੇ ਕਿਹਾ ਉਹ ਇਨੋਵੇਸ਼ਨ ਥਰੂ ਹੀ ਪੈਸੇ ਆਉਣੇ ਆ। ਉਹ ਫਿਰ ਮਤਲਬ ਇਹਨਾਂ ਕੋਲ ਉਹ ਪੁਰਾਣੇ ਜਿਹੜਾ ਇਹਨਾਂ ਕੰਮ ਕੀਤਾ ਉਹਨਾਂ ਕੋਲ ਸਾਰੇ ਉਹਦੇ ਡਾਟਾ ਹੋਣਗੇ, ਉਹਨਾਂ ਲੋਕਾਂ ਦੀ ਲਿਸਟ ਹੋਏਗੀ ਕਿਹਨੂੰ ਕੀ ਆ, ਤੇ ਉਹਨਾਂ ਨੂੰ ਅਟਰੈਕਟ ਕਰ ਲਈ। ਇਹ ਸਵਾਲ ਵੈਸੇ ਬਹੁਤ ਇੰਪੋਰਟੈਂਟ ਸੀਗਾ, ਮੇਰੇ ਤਾਂ ਜੇਨ 'ਚ ਨਹੀਂ ਸੀ ਜਦੋਂ ਮੈਂ ਸਵਾਲ ਪੁੱਛਿਆ, ਮੇਰੇ ਪੁੱਛਣ ਦਾ ਕੋਈ ਹੋਰ ਕਾਰਨ ਸੀ। ਪਰ ਤੁਸੀਂ ਜਿਹੜਾ ਦੂਜਾ ਸਾਈਡ ਇਫੈਕਟ ਦੱਸਿਆ ਇਹ ਜ਼ਿਆਦਾ ਇੰਪੋਰਟੈਂਟ ਹੈ ਕਿ ਇਹਨਾਂ ਨੂੰ ਇਸ ਕਰਕੇ ਨਹੀਂ ਰੱਖਿਆ ਜਾਂਦਾ ਕਿ ਉਹਨਾਂ ਲਈ ਬਹੁਤ ਜ਼ਿਆਦਾ ਯੂਜ਼ਫੁਲ ਇਸ ਕਰਕੇ ਆ ਕਿ ਇਹਨਾਂ ਦੀ ਸਕਿੱਲ ਆ, ਇਹਨਾਂ ਦੀ ਸਕਿੱਲ ਇਹ ਆ ਕਿ ਇਹਨਾਂ ਦੇ ਕੰਟੈਕਟ ਆ ਜਿਨ੍ਹਾਂ ਨੂੰ ਯੂਜ਼ ਕਰਨਾ ਹੁੰਦਾ। ਦੈਟਸ ਰਾਈਟ, ਐਗਜ਼ੈਕਟਲੀ। ਐਂਡ ਕਮਾਲ ਹੈ। ਮੈਂ ਇਸ ਕਰਕੇ ਨਹੀਂ ਸੀ ਪੁੱਛ ਰਿਹਾ, ਮੈਂ ਦੂਜੀ ਤਰ੍ਹਾਂ ਸੋਚ ਰਿਹਾ ਸੀਗਾ। ਇਹ ਮੇਰਾ ਖਿਆਲ ਉਹਨੂੰ ਹਨੀਮੂਨ ਪੀਰੀਅਡ ਇਹਨੂੰ ਕਹਿੰਦੇ ਆ, ਮੇਰਾ ਖਿਆਲ 2 ਸਾਲ ਦੇਣਗੇ ਉਹਨੂੰ। ਉਹ ਤੋਂ ਬਾਅਦ ਬੈਂਕ ਵੈਲ ਸਟਾਰਟ ਟੂ ਕੁਐਸਚਨ ਵੀ ਜਿਹੜੇ ਕੰਮ ਲਈ ਤੈਨੂੰ ਹਾਇਰ ਕੀਤਾ ਸੀ ਉਹ 'ਚ ਰਿਟਰਨ ਵੀ ਸਾਨੂੰ ਆ ਰਹੀ ਕਿ ਨਹੀਂ। ਦੈਨ ਜਿੱਦਾਂ ਹੁਣ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਐਕਸ ਲੀਡਰ ਸੀ ਰੀਟਾ, ਉਹ ਵੀ CIBC ਵਿੱਚ ਹੈ। ਉਹ ਤਾਂ ਇਹ ਦੋਨਾਂ ਨੇ ਇਕੱਠਿਆਂ ਨੇ ਕੰਮ ਕਰਨਾ। ਐਂਡ ਹੋਰ ਬਹੁਤ ਸਾਰੇ ਪੋਲੀਟੀਸ਼ੀਅਨ ਹੈ, ਇਹ ਜਾਂ ਤਾਂ ਇਹਨਾਂ ਨੂੰ ਜਿਹੜੀਆਂ ਬਿਗ ਲਾ ਫਰਮਸ ਆ ਉਹ ਰੱਖ ਲੈਣੀਆਂ, ਜਿੱਦਾਂ ਹੁਣ ਕਰੈਚਿਆਂ ਆਨਰੇਬਲੀ ਉਹਨੂੰ ਵੀ ਲਾ ਫਰਮ ਰੱਖਿਆ। ਪਹਿਲਾਂ ਇੱਥੇ ਹੁੰਦਾ ਸੀ ਮਲੋਨੀ ਵੀ ਲਾ ਫਰਮ ਜਾ ਵੜਿਆ, ਇਹਨਾਂ ਨੂੰ ਬੜੇ ਪੈਸੇ ਮਿਲਦੇ ਆ। ਮਲੋਨੀ ਤਾਂ ਹੋਰ ਬਹੁਤ ਸਾਰੀਆਂ ਨਹੀਂ, ਵੈਸੇ ਤੇ ਇੱਥੇ ਟ੍ਰੈਂਡ ਹੀ ਹੈ ਜੀ। ਬੋਬਰੇ ਜਾ ਕੇ ਫਿਰ ਪ੍ਰੋਫੈਸਰ ਲੱਗ ਗਏ ਸੀਗੇ, ਨਿਕਸਨ ਲੱਗ ਗਿਆ ਸੀਗਾ ਅਮਰੀਕਾ 'ਚ, ਵੇਖਿਆ ਨਿਕਸਨ ਨੂੰ ਜਦੋਂ ਵਾਟਰਗੇਟ ਸਕੈਂਡਲ ਬਣਾਇਆ ਉਹ ਛੱਡ ਕੇ ਜਾ ਕੇ ਪ੍ਰੋਫੈਸਰ ਲੱਗ ਗਏ, ਆਪਣੀ ਜੌਬ ਤੇ ਚਲ ਗਏ ਸੀਗੇ। ਬੋਬਰੇ ਨਾਲ ਇਦਾਂ ਹੋਇਆ, ਪ੍ਰੀਮੀਅਮ ਹੋ ਕੇ ਸਾਡਾ CM ਕੋਈ ਲੱਗੇ ਹਨ ਦੁਬਾਰਾ ਜਾ ਕੇ। ਮੈਂ ਮਾਸਟਰ ਲੱਗਿਆ ਸੀ ਤੇ ਆ ਗਿਆ ਤੇ ਮੈਂ ਮਾਸਟਰ ਲੱਗ ਜਾ ਕੇ। ਕਿਹੜੀ ਪੋਸੀਬਲ ਹੈ ਉੱਥੇ? ਪੋਸੀਬਲ ਹੈ ਨਹੀਂ, ਇੰਡੀਆ ਦੇ ਸੰਦਰਭ 'ਚ ਮੈਂ ਕਹਿ ਰਿਹਾ, ਉੱਥੇ ਨਹੀਂ ਨਾ ਇਹ ਪੋਸੀਬਲ। ਉੱਥੇ ਤਾਂ ਮਹਾਰਾਜ ਹੈਗੇ ਸਾਰੇ ਮਲਟੀ ਮਿਲੀਅਨਰ। ਉੱਥੇ ਤਾਂ ਪੋਲੀਟੀਸ਼ੀਅਨ ਦਾ ਮਤਲਬ ਹੈਗਾ ਯੂ ਹੈਵ ਟੂ ਕਰਪਸ਼ਨ। ਹੁਣ ਦੇਖੋ ਤਾਂ ਉੱਥੇ ਕੀ ਹੋਣ ਡਿਆ, ਟੇਂਟਡ ਜਿਹੜੇ ਬੰਦੇ ਸੀ ਉਹ ਮਿਨਿਸਟਰ, ਹੁਣ ਗੁਰਜੀਤ ਰਾਣਾ ਨੋਨ ਟੇਂਟਡ ਹੈ। ਹਾਲੇ ਵੀ $25 ਬਿਲੀਅਨ 25 ਕਰੋੜ ਰੁਪਏ ਉਹਦਾ ਗਵਰਨਮੈਂਟ ਨੇ ਦੱਬਿਆ ਜਿਹੜਾ ਕਰਪਸ਼ਨ ਦਾ, ਉਹਨੂੰ ਫੇਰ ਮਿਨਿਸਟਰ ਲੈ ਲਿਆ। ਪਰ ਇੱਥੇ ਸਰ 15 ਸਾਲ ਪਹਿਲਾਂ ਮੈਂ ਸੁਣਦਾ ਹੁੰਦਾ ਸੀ ਕਿ ਉਹਨੇ ਕੱਲੀ ਪੰਜਾਬ ਗਵਰਨਮੈਂਟ ਦਾ ਹੀ 300 ਕਰੋੜ ਦਾ ਡਿਫਾਲਟ ਰਿਹਾ, UP ਦਾ ਵੱਖਰਾ, UP 'ਚ ਉਹਨਾਂ ਦੀਆਂ ਮਿੱਲਾਂ ਨੇ। ਇਹ ਲੋਕ ਹਜ਼ਾਰਾਂ ਕਰੋੜ ਰੁਪਈਆ ਜਿੱਦਾਂ ਕਾਰਪੋਰੇਟ ਵੱਡੇ ਨੇ ਇਦਾਂ ਹੀ ਇਹ ਦਬਾ ਕੇ ਬੈਠੇ ਆ ਲੋਕਾਂ ਦਾ, ਸਰਕਾਰਾਂ ਦਾ, ਲੋਕਾਂ ਦਾ ਕਹਿ ਸਕਦੇ ਆਪਾਂ। ਇੱਥੇ ਡਿਫਰੈਂਟ ਹੈ, ਇੱਥੇ ਡਿਫਰੈਂਟ ਹੈ। ਔਨ ਦੀ ਐਂਡ ਆਫ ਏ ਡੇ ਜਿਹੜੀਆਂ ਕਾਰਪੋਰੇਸ਼ਨਸ ਆ ਉਹ ਇਹ ਦੇਖਦੀਆਂ ਵੀ ਇਹ ਤੋਂ ਸਾਨੂੰ ਕਿੰਨਾ ਕੁ ਬੈਨੀਫਿਟ ਹੋਣਾ ਬੰਦੇ ਨੂੰ ਹਾਇਰ ਕਰਨ ਦੇ ਨਾਲ। ਦੈਟਸ ਕੀ ਸੋ ਮੈਂ ਕੁੱਲ ਮਿਲਾ ਕੇ ਜੇ ਵੇਖੀਏ ਤੇ ਹੈਗੀ ਤੇ ਇਹ ਵੀ ਟੈਕਟਿਸ ਹੀ ਹੈ ਨਾ ਜੀ ਕਿ ਇੱਕ ਬੰਦੇ ਨੂੰ ਜਿਹੜੇ ਅਹੁਦੇ ਤੇ ਰਿਹਾ
ਆਪਾਂ ਕਹਿੰਦੇ ਆ ਨਾ ਉਹਨੇ ਓਥ ਲਈ ਹੁੰਦੀ ਆ ਕਿ ਮੈਂ ਆਪਣੇ ਕੰਟਰੀ ਦਾ ਵਫਾਦਾਰ ਆ, ਉਹਦੇ ਕਨਸਟੀਟਿਊਸ਼ਨ ਦੀ ਕਰੂੰਗਾ, ਤੇ ਉਹ ਬੰਦਾ ਮੁੜ ਕੇ ਉਹੀ ਆਪਣੇ ਡੇਟਾ, ਉਹੀ ਆਪਣਾ ਰਿਸੋਰਸ ਜਿਹੜੇ ਆ ਉਹ ਕਿਸੇ ਕਾਰਪੋਰੇਟ ਨੂੰ ਵੇਚ ਰਿਹਾ ਹੈ। ਤੇ ਗਲਤ ਮੈਂ ਤੇ ਇਹ ਸਮਝਦਾ, ਜੇ ਤੁਸੀਂ ਮੰਨੋ ਭਾਵੇਂ ਨਾ ਮੰਨੋ, ਕਿਉਂਕਿ ਸਿਸਟਮ 'ਚ ਰਹਿ ਰਹੇ ਆ, ਇਹਨੂੰ ਅਡਾਪਟ ਕਰਨਾ ਪਏਗਾ, ਮੰਨਣਾ ਪਏਗਾ। ਪਰ ਇਹਦੇ ਨਾਲ ਦੀ ਨਾਲ ਜੇ ਵੇਖਿਆ ਜਾਵੇ ਤਾਂ ਹੈ ਤੇ ਇਹ ਵੀ ਇਲੀਗਲ ਪ੍ਰੈਕਟਿਸ ਹੈ ਕਿਤੇ ਨਾ ਕਿਤੇ। ਇਟ ਇਜ਼, ਆਈ ਐਗਰੀ ਵਿਦ ਯੂ। ਹੋਰ ਕੋਈ ਰੀਜ਼ਨ ਨਹੀਂ ਜਿਹੜੇ ਇਸ ਲੈਵਲ ਦਾ ਜਿਹੜਾ ਪੋਲੀਟੀਸ਼ੀਅਨ ਹੈ, ਜਿਹੜਾ ਮਿਨਿਸਟਰ ਰਹਿ ਚੁੱਕਿਆ ਹੋਵੇ, ਉਸ ਮਹਿਕਮੇ 'ਚ ਰਹਿ ਚੁੱਕਿਆ ਹੋਵੇ, ਹੋਰ ਨੂੰ ਹਾਇਰ ਕਰਨ ਦਾ ਕੀ ਰੀਜ਼ਨ ਹੈ? ਰਾਈਟ। ਅੱਛਾ ਚਲੋ ਆਪਾਂ ਇਕਨੋਮੀ ਵਾਲੇ ਇੱਕ ਮਾੜਾ ਜਿਹਾ ਮੁੜ ਦਈਏ। ਬੜੇ ਵਾਅਦੇ ਕੀਤੇ ਗਏ ਸੀਗੇ ਅਫੋਰਡੇਬਲ ਘਰਾਂ ਦੇ, ਅਫੋਰਡੇਬਿਲਟੀ ਯਾਰ ਕੀ ਬੜਾ ਵੱਡਾ ਮੁੱਦਾ ਸੀਗਾ ਦੋਨੇ ਤਰ੍ਹਾਂ ਦੀ। ਜਿਹੜੀ ਗਰੋਸਰੀ ਦੀ ਗੱਲ ਵੀ ਤੁਸੀਂ ਕਹਿ ਰਹੇ ਹੋ, ਲੋਕਾਂ ਕੋਲ ਦੁੱਬਰ ਹੋਇਆ ਪਿਆ, ਟੈਕਸ ਦੀ ਰੇਸ਼ੋ ਬਹੁਤ ਆ, ਘਰਾਂ ਦੇ ਟੈਕਸ ਹੀ ਨਹੀਂ ਭਰੇ ਜਾ ਰਹੇ। ਫ੍ਰੀ ਘਰ ਵਾਲੇ ਵੀ 800-900, ਜੇ ਥੋੜ੍ਹਾ ਜਿਹਾ ਵੱਡਾ ਘਰ ਹੋਵੇ ਤਾਂ ਮੈਨੂੰ ਲੱਗਦਾ 1000-1200 ਦੇ ਉੱਪਰ ਚੱਲ ਜਾਂਦਾ ਹੋਣਾ। ਤੇ ਕੁੱਲ ਮਿਲਾ ਕੇ ਜੇ ਵੇਖੀਏ ਤੇ ਜਿਹੜੀ ਮਿਨੀਮਮ ਇਨਕਮ ਦੇ ਹਿਸਾਬ ਨਾਲ ਬੰਦਾ ਕਮਾਉਂਦਾ ਹੀ ਸਾਰਾ 1800, 1900, 2000 ਆ, ਦੋ ਵੀ ਨਹੀਂ ਪਹੁੰਚਦਾ ਮੈਨੂੰ ਲੱਗਦਾ, 14.5 ਹਿਸਾਬ ਨਾਲ। ਦੇਖੋ ਜਿਹੜੀਆਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਇੰਡੀਕੇਸ਼ਨਸ ਆਰ ਕਮਿੰਗ ਐਵਰੀ ਵੀਕ। ਜੇ ਪਿਛਲੇ ਦਿਨੀ ਰਿਜ਼ਰਵ ਬੈਂਕ ਆਫ USA ਦੀ ਮੀਟਿੰਗ ਹੋਈ ਆ, ਉਹਨਾਂ ਨੇ $120 ਬਿਲੀਅਨ ਜਿਹੜਾ ਮੰਥਲੀ ਉਹ ਸਟਿਮੂਲਸ ਪੈਕੇਜ ਦਿੰਦੇ ਆ, ਉਹਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਨਵੰਬਰ ਤੋਂ ਉਹ 'ਚ ਕਟੌਤੀ ਕਰਨੀ ਸ਼ੁਰੂ ਕਰ ਦੇਣੀ ਆ। ਐਂਡ ਜਿਹੜੀ ਕੈਨੇਡਾ, ਬੈਂਕ ਆਫ ਕੈਨੇਡਾ ਨੇ ਵੀ 5 ਬਿਲੀਅਨ ਤੋਂ ਪਹਿਲਾਂ ਫਿਰ 4 ਬਿਲੀਅਨ ਕੀਤਾ, 4 ਤੋਂ ਫਿਰ 3 ਕੀਤਾ, ਹੁਣ 2 ਬਿਲੀਅਨ। ਇਹਦੇ ਵਿੱਚ ਵੀ ਸਲੋਲੀ ਰਿਡਕਸ਼ਨ ਹੋ ਰਹੀ ਹੈ। ਐਂਡ ਦੀ ਅਦਰ ਸਾਈਡ ਜਿਹੜੀ ਬੌਂਡ ਹੈ ਦੈਟ ਸਟਾਰਟ ਟੂ ਗੋ ਅਪ। 1.2 ਤੋਂ ਉਹ ਚਲੇ ਗਿਆ 1.5, 1.5 ਆਲਮੋਸਟ 6 ਦੇ ਦੌੜੇ ਚਲੇ ਗਿਆ। ਇਟ ਟੈਲਸ ਯੂ ਕਿ ਹਾਈ ਇੰਟਰਸਟ ਰੇਟ ਇਜ਼ ਔਨ ਦੀ ਵੇ, ਇਜ਼ ਕਮਿੰਗ। ਸੋ ਇਹਨੂੰ ਦੇਖਦੇ ਆ CMHC ਨੇ ਇਸ ਵੀਕ ਫਿਰ ਵਾਰਨਿੰਗ ਦਿੱਤੀ ਹੈ। ਉਹਨਾਂ ਕਿਹਾ ਵੀ ਕੈਨੇਡਾ 'ਚ ਇਹ ਠੀਕ ਹੈ ਵੀ ਇੱਥੇ ਡਿਮਾਂਡ ਐਂਡ ਸਪਲਾਈ ਬੇਸ਼ੱਕ ਘੱਟ ਆ, ਪਰ ਜਿਸ ਹਿਸਾਬ ਦੇ ਨਾਲ ਪ੍ਰਾਈਸਿਸ ਇਨਫਲੇਟ ਹੋ ਰਹੀਆਂ, ਪ੍ਰਾਈਸਿਸ ਵੱਧ ਰਹੀਆਂ, ਐਵਰੀ ਡੇ ਵੱਧ ਰਹੀਆਂ, ਐਂਡ ਇੱਥੇ ਦੇਰ ਗੋਨਾ ਬੀ ਬਬਲ ਬਸਟ। ਐਂਡ ਉਹਨਾਂ ਨੇ ਵਾਰਨਿੰਗ ਆਫਟਰ ਵਾਰਨਿੰਗ, ਇਹ ਦੂਜੀ ਦਫਾ ਵਾਰਨਿੰਗ ਉਹਨਾਂ ਦੀ ਆ ਗਈ। ਐਂਡ ਕਈ ਦਫਾ ਇਹ ਵੀ ਹੁੰਦਾ, ਉਹ ਕਹਿੰਦੇ ਆ ਨਾ ਵੀ ਸ਼ੇਰ ਆਉਣਾ, ਉਹ ਇੱਕ ਦਿਨ ਆ ਹੀ ਜਾਂਦਾ। ਜੇ ਇੰਟਰਸਟ ਰੇਟ ਅਪ ਜਾਣਾ ਸ਼ੁਰੂ ਹੋ ਗਿਆ ਤੇ ਜਿਨ੍ਹਾਂ ਨੇ ਇੰਨੇ ਮਹਿੰਗੇ ਘਰ ਲਏ ਆ, ਜਦੋਂ ਉਹਨਾਂ ਨੂੰ ਮੌਰਗੇਜ ਰੀਨਿਊ ਕਰਾਉਣੀ ਆ, ਆਈ ਥਿੰਕ ਦੈਨ ਦੇ ਹੈਵ ਟੂ ਪੇ ਦੀ ਪ੍ਰਾਈਸ ਐਂਡ ਦੇ ਸ਼ੁੱਡ ਬੀ ਵੈਰੀ ਕੇਅਰਫੁਲ। ਪਰ ਇਹ ਜਿਹੜੀ ਚੀਜ਼ ਕਰ ਬੱਬਲ ਬਾਰੇ ਜਿਹੜੀ ਗੱਲ ਹੈ ਨਾ, ਆਪਣੇ ਇਕਨੋਮੀ ਦੇ ਜਿੰਨੇ ਮਾਰ ਬੰਦੇ ਆ, ਬੱਬਲ ਤੇ ਮੈਂ ਪਿਛਲੇ 15 ਸਾਲ 16 ਸਾਲ ਮੈਨੂੰ ਵੀ ਇੱਥੇ ਆਏ ਨੂੰ ਹੋ ਗਏ, ਉਦੋਂ ਦਾ ਹੀ ਸੁਣਦੇ ਆ ਰਹੇ ਹਾਂ। ਔਰ ਜਿਹੜੀਆਂ ਜਿਹਨੂੰ ਮੈਂ ਨਾਲ ਕਹੂੰ ਬੱਬਲ ਦੇ ਨਾਲ ਗਿੱਦੜ ਭਬਕੀਆਂ, ਕਹੀਂ ਰੇਟ ਵਧਾ ਦੇਣਾ ਜੀ ਅਗਲੀ ਵਾਰ, ਅਗਲੇ ਕੁਆਟਰ 'ਚ ਵਾਜੂ, ਅਗਲੇ ਸਾਲ ਵਾਜੂ, ਉਹ ਕਹਿੰਦੇ ਆ, ਪਰ ਵਧਿਆ ਕਦੀ ਨਹੀਂ ਮੈਂ ਵੇਖਿਆ। ਅੱਜ ਵੀ ਮੌਰਗੇਜਾਂ ਲੋਕਾਂ ਕੋਲ ਨਹੀਂ ਇਨਕਮ ਦੇ ਸਾਧਨ, ਫਿਰ ਵੀ ਮੌਰਗੇਜ ਅਪਰੂਵ ਹੁੰਦੀ ਆ, ਜਿਹਨੂੰ ਅਸੀਂ ਕਹਿੰਦੇ ਵੇਰੀਏਬਲ, ਔਰ ਬਹੁਤ ਘੱਟ ਰੇਟਾਂ 'ਤੇ ਹੁੰਦੀ ਆ। ਅਤੇ ਉਹ ਉਸੇ ਕਰਕੇ ਮਾਰਕੀਟ 'ਚ ਖਲਲ ਪਿਆ ਹੋਇਆ। ਵਾਰਨਿੰਗ ਆ ਰਹੀਆਂ ਨੇ, ਹੁੰਦਾ ਕੁਝ ਨਹੀਂ। ਨਾ ਸਰਕਾਰ ਦੂਜਾ ਪੱਖ ਸੋਚਦੀ ਆ ਕਿ ਇਹ ਜਿਹੜੇ ਘਰ ਨੇ ਇਹ ਉਹ ਅਫੋਰਡੇਬਿਲਟੀ ਦੀ ਲਿਮਟ ਦੇ ਵਿੱਚ ਆਉਣ ਅਤੇ ਲੀਗਲ ਤਰੀਕੇ ਨਾਲ ਲੋਕ ਮੌਰਗੇਜ ਕਰਾਉਣ। ਤੁਹਾਨੂੰ ਪਤਾ ਕਿੰਨੀ ਮੌਰਗੇਜ ਔਖੀ ਹੁੰਦੀ ਅਤੇ ਕਿੰਨੇ ਝੂਠ ਸੱਚ ਬੋਲਣੇ ਪੈਂਦੇ। ਤੁਹਾਨੂੰ ਕੀ ਲੱਗਦਾ ਬੈਂਕਾਂ ਨੂੰ ਪਤਾ ਨਹੀਂ ਹੁੰਦਾ ਕਿ ਜਾਲੀ ਕਾਗਜ਼ ਲੱਗ ਰਹੇ ਆ? ਸਭ ਨੂੰ ਪਤਾ। ਫਿਰ ਇਸ ਵੇਲੇ ਜਿਹੜਾ ਮੇਰੇ ਖਿਆਲ ਟੂ ਕੁਆਲੀਫਾਈ ਹੈਗਾ 5.2 5.25, ਅਜੇ ਉਹ ਸਟ੍ਰੈਸ ਟੈਸਟ ਪਾਇਆ ਹੋਇਆ, ਜੇ ਉਹ ਵੀ ਕੱਢ ਦਈਏ ਤੇ ਫਿਰ ਮੈਨੂੰ ਲੱਗਦਾ ਕਿ ਹੋਰ ਵੀ ਸੌਖਾ ਹੋ ਜੇ ਕੰਮ। ਤੇ ਅੱਜ ਦੀ ਡੇਟ 'ਚ ਵੀ ਮੈਨੂੰ ਲੱਗਦਾ ਹੈ ਕਿ 90% ਨਾ ਕਰੋ 70-75% ਲੋਕ ਜਿਹੜੇ ਆ ਉਹ ਡੁਪਲੀਕੇਟ ਕਾਗਜ਼ ਬਣਾ ਕੇ, ਜਾਲੀ ਕਾਗਜ਼ ਬਣਾ ਕੇ ਉਹਨਾਂ ਦੇ ਸਿਰ ਤੇ ਮੌਰਗੇਜ ਕਰਾਉਂਦੇ ਆ। ਔਰ ਜਿੰਨੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਆ, ਉਹਨਾਂ ਦੇ ਜਿਹੜੇ ਅੰਡਰ ਰਾਈਟਰ ਆ, ਉਹ ਜੇ ਚਾਹੁਣ ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਚੈੱਕ ਕਰ ਸਕਦੇ ਆ, ਪਰ ਉਹ ਨਹੀਂ ਹੁੰਦਾ। ਇੱਕ ਪਾਸੇ ਵਾਰਨਿੰਗ ਦੇਈ ਜਾਣੀ ਤੇ ਉਸੇ ਬੈਂਕ ਵੱਲੋਂ ਅਪਰੂਵਲ ਦੇਈ ਜਾਣੀ ਆ। ਮੈਂ ਦੋ ਚੀਜ਼ਾਂ ਨੂੰ ਸਮਝਦਾ ਕਿ ਉਹਨਾਂ ਦਾ ਵੀ ਆਪਸ 'ਚ ਸੁਮੇਲ ਨਹੀਂ ਹੈ, ਕੋਈ ਕੰਟਰਾਡਿਕਸ਼ਨ ਗੱਲ ਹੈ। ਪਤਾ ਤਾਂ ਹੈਗਾ ਜੀ, ਪਤਾ ਉਹਨਾਂ ਨੂੰ ਸਾਰਾ ਹੀ ਪਤਾ। ਇਸੇ ਕਰਕੇ ਹੁਣ ਇੱਕ ਹੋਰ ਬੜਾ ਸਕੈਮ ਹੋ ਰਿਹਾ। ਜਿਹੜੇ ਬੰਦੇ ਕੁਆਲੀਫਾਈ ਨਹੀਂ ਕਰਦੇ, ਜਿਹੜੇ ਰੀਅਲ ਸਟੇਟ ਵਾਲੇ ਆ, ਉਹ ਜਿਹੜੇ ਮੌਰਗੇਜ ਵਾਲੇ ਆ, ਉਹ ਤੁਹਾਨੂੰ ਮੌਰਗੇਜ ਲੈਣ ਦੇ ਬੈਂਕ ਤੋਂ, ਸਪੋਜ਼ ਜੇ 1.2 ਮਿਲੀਅਨ ਦਾ, ਉਹ ਮਿਲੀਅਨ ਦੀ ਤੁਹਾਨੂੰ ਮੌਰਗੇਜ ਲੈ ਦੇਣਗੇ। ਜਿਹੜਾ 0.2 ਆ, ਉਹ 'ਚੋਂ ਸਪੋਜ਼ ਜੇ ਦੇ ਨੀਡ 100,000, ਉਹ 100,000 ਬੈਂਕ ਨੂੰ ਉਹ ਦੱਸਦੇ ਨਹੀਂ। ਉਹ ਫਿਰ ਪਹਿਲਾਂ ਕਲੋਜ਼ ਕਰਾ ਲੈਂਦੇ ਆ, ਉਹ ਤੋਂ ਬਾਅਦ ਫਿਰ ਸੈਕੰਡ ਮੌਰਗੇਜ ਫਿਰ ਪਾਉਂਦੇ ਘਰ ਦੇ ਉੱਤੇ। ਜੇ ਬੈਂਕ ਨੂੰ ਪਤਾ ਲੱਗ ਜਾਏ ਕਿ ਇਹਨਾਂ ਇੱਦਾਂ ਕੀਤਾ, ਇਟਸ ਅ ਫਰਾਡ ਐਂਡ ਲੋਟਸ ਆਫ ਫਰਾਡ ਇਜ਼ ਗੋਇੰਗ ਔਨ। ਢੀਂਡਸਾ ਸਾਹਿਬ ਉਹ ਤੇ ਇਹ ਵੀ ਕਰਦੇ ਆ ਕਿ ਤੁਹਾਨੂੰ ਪ੍ਰਾਈਵੇਟ ਲੈਂਡਰ ਕੋਲ ਲੈ ਜਾਂਦੇ, ਨਾਲ ਇਹ ਵਾਅਦਾ ਕਰ ਦਿੰਦੇ ਵੀ ਤੂੰ ਇੱਕ ਵਾਰੀ ਕਰਾ ਲਾ ਤੇ 3 ਮਹੀਨੇ ਬਾਅਦ 6 ਮਹੀਨੇ ਬਾਅਦ ਤੈਨੂੰ ਇਸੇ ਬੈਂਕ ਕੋਲ ਲੈ ਆਵਾਂਗੇ। ਜੇ ਕੋਈ ਬੈਂਕ ਰਿਫਿਊਜ਼ ਵੀ ਕਰਦਾ ਤਾਂ ਉਹ 12-13% ਤੇ ਕਰਾ ਕੇ ਇੱਕ ਵਾਰੀ ਉਹਦੇ ਕੋਲ ਘਰ ਆ ਗਿਆ,
ਉਹਦੀ 5-6 ਮਹੀਨੇ 'ਚ ਇਕੁਇਟੀ ਵੀ ਸ਼ੋ ਹੋਣ ਲੱਗ ਪੈਂਦੀ ਆ, ਕਈ ਕੁਝ ਹੋਣ ਲੱਗ ਪੈਂਦਾ, ਤੁਹਾਨੂੰ ਪਤਾ ਹੀ ਆ। ਤੇ ਫਿਰ ਉਸੇ ਬੈਂਕ ਕੋ ਉਸੇ ਤਰੀਕੇ ਨਾਲ ਆਪਣੀ ਟਰਮ ਦੇ ਉੱਤੇ ਵਾਪਸ ਆ ਜਾਂਦੇ, ਲੋਕ ਇਹ ਵੀ ਰਿਸਕ ਲੈਂਦੇ ਆ। ਤੇ ਇਸ ਚੀਜ਼ਾਂ ਸਾਰੀਆਂ ਲੁਕੀਆਂ ਹੋਈਆਂ ਤੇ ਹੈ ਨਹੀਂ, ਸਭ ਨੂੰ ਪਤਾ ਹੈ ਕਿ ਇਹ ਸਭ ਕੁਝ ਹੋ ਰਿਹਾ। ਤੇ ਮੈਂ ਤਾਂ ਸਵਾਲ ਤਾਂ ਮੇਰਾ ਇਹ ਸੀ ਕਿ ਜਿਹੜੇ ਅਫੋਰਡੇਬਲ ਹਾਊਸ ਬਣਨੇ ਆ ਉਹਨਾਂ ਬਾਰੇ ਤੁਹਾਨੂੰ ਕੀ ਉਮੀਦ ਆ ਕਿ ਉਹ ਸਾਡੇ ਵਰਗਿਆਂ ਨੂੰ ਘਰ ਮਿਲ ਜੂ, ਕਿਸੇ ਨੂੰ, ਗਰੀਬ ਬੰਦੇ ਨੂੰ? ਅਫੋਰਡੇਬਲ ਹਾਊਸਿੰਗ ਪਤਾ ਨਹੀਂ, ਮੈਂ 1970 ਦਾ ਆਇਆ, ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ, ਕੋਈ LIG ਮਿਲ ਜੇ, ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ, ਹਰ ਇਲੈਕਸ਼ਨ ਵਿੱਚ ਇਹ ਹੁੰਦਾ ਰਿਹਾ, ਹਰ ਪੋਲੀਟੀਸ਼ੀਅਨ, ਹਰ ਪਾਰਟੀ ਵਾਅਦਾ ਕਰਦੀ ਰਹੀ ਅਸੀਂ ਜੀ ਅਫੋਰਡੇਬਲ ਹਾਊਸਿੰਗ ਬਣਾਵਾਂਗੇ। ਵੇਅਰ ਆਰ ਦੀ ਅਫੋਰਡੇਬਲ ਹਾਊਸਿੰਗ? ਹੁਣ ਲਿਬਰਲ ਨੇ ਕਿਹਾ ਸੀ, NDP ਨੇ ਕਿਹਾ ਸੀ 500,000, ਕੰਜ਼ਰਵੇਟਿਵ ਨੇ ਕਹਿ ਦਿੱਤਾ ਸੀ 1 ਮਿਲੀਅਨ ਘਰ ਬਣਾਵਾਂਗੇ, ਐਂਡ ਜਿਹੜੀ ਲਿਬਰਲ ਪਾਰਟੀ ਨੇ ਕਿਹਾ ਸੀ 40,000 ਬਣਾਵਾਂਗੇ। ਦੇਖਦੇ ਹਾਂ ਕਿੰਨੇ ਕੁ ਬਣਾਉਂਦੇ ਆ, ਕਿਉਂਕਿ ਇਹ ਇਕੱਲਾ ਹੀ ਉਹਨਾਂ ਦੇ ਹੱਥ ਵੱਸ ਨਹੀਂ, ਮਿਊਨਿਸਪੈਲਿਟੀ ਦੇ ਹੱਥ ਵੱਸ ਆ, ਕਿਉਂਕਿ ਜਿਹੜੀ ਲੈਂਡ ਹੈ ਰਿਲੀਜ਼ ਕਰਨੀ, ਫਿਰ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਆ, ਫਿਰ ਜਿਹੜੇ ਬਿਲਡਰ ਆ, ਲੋਟ ਆਫ ਥਿੰਗਸ ਇਨਵੋਲਵ। ਵੈਸੇ ਬੜਾ ਸੌਖਾ ਜੀ, ਇੱਥੇ ਮੈਂ ਬੜਾ ਸੋਹਣਾ ਵੇਖਿਆ, ਫੈਡਰਲ ਵਾਲੇ ਕਹਿੰਦੇ ਜੀ ਇਹ ਪ੍ਰੋਵਿੰਸ ਦਾ ਮਸਲਾ, ਸੌਰੀ ਅਸੀਂ ਕੋਈ ਨਹੀਂ ਕਰ ਸਕਦੇ, ਪ੍ਰੋਵਿੰਸ ਵਾਲੇ ਕਹਿੰਦੇ ਜੀ ਇਹ ਮਿਊਨਿਸਪੈਲਿਟੀ ਦਾ ਮਸਲਾ, ਤੇ ਮਸਲਾ ਸਾਂਝਾ ਹੀ ਹੁੰਦਾ, ਜੇ ਤਿੰਨੇ ਟੀਮਾਂ ਮਿਲ ਕੇ ਕੰਮ ਕਰਨ ਤੇ ਸਾਰਾ ਕੁਝ ਹੋ ਸਕਦਾ। ਮੈਨੂੰ ਲੱਗਦਾ ਹੈ ਕਿ ਉਹ ਵੀ ਇੱਕ ਕਿਸਮ ਦਾ, ਉਹ ਜਿਹਨੂੰ ਕਹਿੰਦੇ ਗੋਂਗਲੂਆਂ ਦਾ ਮਿੱਟੀ ਝਾੜਨ ਵਾਲੀ ਗੱਲ ਕਰ ਜਾਂਦੇ ਆ ਕਿ ਸਾਡਾ ਕੋਈ ਲੈਣਾ ਦੇਣਾ ਜੀ, ਅਸੀਂ ਤੇ ਫੈਡਰਲ ਦੇ ਆ, ਤੇ ਫੈਡਰਲ ਵਾਲਿਆਂ ਨੇ ਚੁਣਿਆ ਕਿ ਤੁਹਾਨੂੰ ਅਸੀਂ ਭੇਜਿਆ, ਜਿਹੜੇ ਲੋਕਾਂ ਦੇ ਮਸਲੇ ਆ। ਮੇਰਾ ਮਸਲਾ ਮਿਊਨਿਸਪੈਲਿਟੀ ਨਾਲ ਆ, ਤੇ ਮੈਂ MP ਨੂੰ ਵੋਟ ਨਾ ਪਾਵਾਂ ਕਿ ਮੈਂ ਤਾਂ ਸਿਰਫ ਮੇਅਰ ਵਾਸਤੇ ਹੀ ਪਾਉਣੀ ਆ। ਤੇ ਜਦੋਂ ਜਿਹੜੇ ਤੁਸੀਂ ਕੰਸਟੀਚੁਐਂਸੀ 'ਚੋਂ ਗਏ ਜੇ, ਤੁਹਾਡੀ ਪਹਿਲ ਉਹ ਆ, ਜਿਹੜੀ ਤੁਸੀਂ ਸਟੇਟ 'ਚੋਂ ਗਏ ਜੇ, ਤੁਹਾਡੀ ਪਹਿਲ ਉਹ ਆ, ਜਿਹੜੇ ਸਿਟੀ 'ਚੋਂ ਗਏ ਤੁਹਾਡੀ ਪਹਿਲ ਉਹ ਆ। ਮਤਲਬ ਇਹ ਚੀਜ਼ਾਂ ਜਿਹੜੀਆਂ ਨੇ, ਇਹ ਕਿਤੇ ਨਾ ਕਿਤੇ ਇੱਥੇ ਇੱਕ ਜਿਹਨੂੰ ਬੜਾ ਕਹਿੰਦੇ ਆ ਮੋਰਲ ਐਥਿਕਸ ਕਹਿ ਕੇ ਪ੍ਰਚਾਰਿਆ ਜਾਂਦਾ ਕਿ ਨਹੀਂ ਜੀ ਇਹਦਾ ਮੇਰਾ ਮਸਲਾ ਨਹੀਂ, ਮੈਂ ਨਹੀਂ ਕਰਨਾ ਇਹ, ਕਿਉਂਕਿ ਪ੍ਰੋਵਿੰਸ ਦਾ ਮਸਲਾ। ਮੈਨੂੰ ਲੱਗਦਾ ਕਿਤੇ ਨਾ ਕਿਤੇ 'ਚ ਵੀ ਗੜਬੜ ਛੁਪੀ ਹੋਈ ਆ। ਹੁਣ ਦੇਖਦੇ ਹਾਂ, ਜਦੋਂ ਮਿਨਿਸਟਰੀ ਬਣਾ ਲਈ ਟਰੂਡੋ ਸਾਹਿਬ ਨੇ, ਉਸ ਤੋਂ ਬਾਅਦ ਫਿਰ ਉਹਨਾਂ ਨੇ ਬਜਟ ਲਿਆਉਣਾ, ਬਜਟ 'ਚ ਉਹਨਾਂ ਜੋ ਜਿੰਨੇ ਵਾਅਦੇ ਕੀਤੇ ਆ, ਘਰਾਂ ਬਾਰੇ ਵਾਅਦੇ ਕੀਤੇ ਆ, ਹੋਰ ਬਹੁਤ ਸਾਰੇ ਵਾਅਦੇ ਕੀਤੇ ਆ, ਪ੍ਰੋਮਿਸ ਉਹਨਾਂ ਨੇ ਹਰ ਸੈਕਟਰ ਦੇ ਨਾਲ ਕੀਤਾ। ਔਰ ਇਹ ਪੈਸੇ ਆਉਣੇ ਕਿੱਥੋਂ ਆ, ਟੈਕਸਿਸ ਕਿੰਨੇ ਕੁ ਲੱਗਦੇ ਆ? ਵਾਟ ਆਈ ਵਾਂਟ ਟੂ ਸੇ, ਗੈਟ ਰੈਡੀ ਫॉर ਮੋਰ ਟੈਕਸਿਸ ਜੀ। ਸੋ ਅਖੀਰ 'ਚ ਢੀਂਡਸਾ ਸਾਹਿਬ ਦਾ ਇਹ ਆ ਕਿ ਇਕੱਲੀਆਂ ਸਹੂਲਤਾਂ ਵੱਲ ਨਾ ਵੇਖੋ, ਟੈਕਸ ਦੇਣ ਵਾਲੇ ਵੀ ਤਿਆਰ ਰਹੋ। ਜਿਹੜੀਆਂ ਸਾਡਾ ਬੈਂਕ ਆਫ ਕੈਨੇਡਾ ਜਿਹੜੀਆਂ ਵਾਰਨਿੰਗ ਦੇ ਰਿਹਾ, ਉਹਨਾਂ ਦਾ ਵੀ ਧਿਆਨ ਦਿਓ। ਜਿਹੜੀ ਉਹ CMC ਕਹਿੰਦੇ ਜੀ ਉਹਨੂੰ, ਸੋਸਾਇਟੀ ਜਿਹੜੀ ਆ, ਉਹਦੀਆਂ ਵਾਰਨਿੰਗ ਵੱਲ ਧਿਆਨ ਦਿਓ। ਜਿਹੜਾ ਇਹ ਬੱਬਲ ਹੈ, ਭਾਵੇਂ ਸਾਨੂੰ ਲੱਗਦਾ ਉਹ ਸ਼ੇਰ ਵਾਲੀ ਕਹਾਣੀ ਆ, ਕਿਤੇ ਨਾ ਕਿਤੇ ਇਹ ਬੱਬਲ ਸਾਨੂੰ ਲੈ ਨਾ ਡੁੱਬੇ, ਇਹਦਾ ਧਿਆਨ ਜ਼ਰੂਰ ਰੱਖਣ ਦੀ ਲੋੜ ਆ। ਖਾਸ ਕਰਕੇ ਜਿਹੜੀ ਫਲਿੱਪ ਓਵਰ ਕਰ ਰਹੇ ਲੋਕ ਨੇ, ਜਿਨ੍ਹਾਂ ਨੇ ਆਪਣੀ ਇਕੁਇਟੀ 'ਚੋਂ ਕੱਢ ਕੇ ਪੈਸੇ ਅਗਲੀਆਂ ਬੁਕਿੰਗ ਕਰਾਈਆਂ ਨੇ। ਜਿਹੜਾ ਇਹ ਬਿਲਡਰ ਦਾ, ਜਿਹਨੂੰ ਸ਼ਬਦ ਮਾਫੀਆ ਸ਼ਾਇਦ ਇੱਥੇ ਬਹੁਤਾ ਚੰਗਾ ਨਹੀਂ ਲੱਗਦਾ, ਬਿਲਡਰ ਦਾ ਬੁਣਿਆ ਹੋਇਆ ਜਾਲ, ਉਹ 'ਚ ਆਪਾਂ ਫਸ ਜਾਂਦੇ ਹਾਂ। ਉਹ 'ਚੋਂ ਬਚਣ ਦੀ ਲੋੜ ਆ। ਘਰ ਇੱਕ ਹੀ ਚਾਹੀਦਾ ਹੁੰਦਾ, ਤੇ ਕਮਰੇ ਵੀ ਉਨੇ ਹੀ ਚਾਹੀਦੇ ਹੁੰਦੇ ਜਿੰਨੇ 'ਚ ਅਸੀਂ ਰਹਿਣਾ। ਇੱਥੇ ਕੋਈ ਬਹੁਤੀਆਂ ਰਿਸ਼ਤੇਦਾਰੀਆਂ ਲੋਕਾਂ ਨੇ ਆ ਕੇ ਨਹੀਂ ਰਹਿਣਾ ਹੁੰਦਾ। ਤੇ ਜੇ 5 ਕਮਰਿਆਂ ਦਾ ਘਰ ਹੈ ਤੇ ਘਰ 'ਚ ਜੀ 2 ਨੇ, ਤੇ ਫਿਰ 2 ਬੈਡਰੂਮ ਨਾਲ ਵੀ ਸਰ ਸਕਦਾ ਮੇਰੇ ਖਿਆਲ। ਇੰਨਾ ਕਿ ਆਪਾਂ ਜੇ ਟਿਕਾਣੇ ਆ ਜਾਈਏ ਤੇ ਸਾਰਾ ਕੁਝ ਠੀਕ ਹੋ ਸਕਦਾ। ਢੀਂਡਸਾ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਵੈਲਿਊਏਬਲ ਗੱਲਾਂ ਬਾਤਾਂ ਤੁਸੀਂ ਦੱਸਦੇ ਹੋ। ਕਈ ਚੀਜ਼ਾਂ ਜਿਹੜੀਆਂ ਮੈਂ ਜਿੱਦਾਂ ਹੁਣ ਤੁਹਾਨੂੰ ਸਵਾਲ ਪੁੱਛਿਆ ਸੀ ਬੈਂਸ ਵਾਲਾ, ਮੈਂ ਹੋਰ ਨਜ਼ਰੀਏ ਤੋਂ ਪੁੱਛਿਆ ਸੀ, ਪਰ ਜਿਸ ਤਰੀਕੇ ਨਾਲ ਤੁਸੀਂ ਸਮਝਾਇਆ ਉਹ ਬੜਾ ਹੀ ਮਤਲਬ ਗਿਆਨ ਦੇਣ ਵਾਲੀ ਗੱਲ ਵੀ ਆ। ਸਾਡੇ ਦਰਸ਼ਕਾਂ ਨੂੰ ਵੀ ਜ਼ਰੂਰ ਉਹਦਾ ਫਾਇਦਾ ਹੋਇਆ ਹੋਊਗਾ। ਬਹੁਤ ਬਹੁਤ ਤੁਹਾਡਾ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ ਸਰ।